ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਫਿਲਾਸਫੀ ਦਾ ਪ੍ਰੋਗਰਾਮ, ਸਿੱਖ ਚੈਨਲ ਦਾ ਹਫ਼ਤਾਵਾਰੀ ਪ੍ਰੋਗਰਾਮ, ਜਿਹਦੇ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਾਰਤਾਲਾਪ ਸਿੱਧਾਂ ਨਾਲ ਭਾਵ ਸਿੱਧ ਗੋਸ਼ਟ, ਜੋ ਰਾਮਕਲੀ ਰਾਗ ਵਿੱਚ ਹੈ, 938 ਅੰਕ ਤੇ ਉਹਦੀ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਆਪ ਨੂੰ ਬੜੀ ਵਿਸਤਾਰ ਦੇ ਨਾਲ ਬਿਰਤਾਪੂਰ ਲਹਿਜੇ ਨਾਲ ਸੁਣਾਉਂਦੇ ਆ ਰਹੇ ਨੇ, ਜਿਹਦੇ ਵਿੱਚ ਸਿੱਧ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੇ ਨੇ। ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਪੁੱਛਦੇ ਨੇ ਕਿ ਦੁਨੀਆ ਸਾਗਰ ਦੇ ਉੱਤਰ ਕਹੀਏ ਕਿਉਂ ਪਾਈਏ, ਕਿਉਂ ਕਰ ਪਾਈਏ ਪਾਰੋ, ਚਾਰਪਟ ਬੋਲੇ ਔਦੂ ਨਾਨਕ ਦਿਓ ਸੱਚਾ ਵਿਚਾਰੋ। ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਨੇ ਕਿ ਇਹ ਸੰਸਾਰ ਸਾਗਰ ਹੈ, ਇਹ ਤੋਂ ਕਿੱਦਾਂ ਤਰਨਾ। ਇਹੋ ਜਿਹੇ ਰਹੱਸ ਭਰਪੂਰ ਜਿਹੜੇ ਸਵਾਲ ਸਿੱਧ ਪੁੱਛਦੇ ਨੇ, ਤੇ ਸਤਿਗੁਰੂ ਬੜੀ ਦਲੇਰਾਨਾ ਬਿਰਤਾ ਭਰਪੂਰ ਲਹਿਜੇ ਨਾਲ ਉਹਨਾਂ ਦੀ ਤਸੱਲੀ ਕਰਾਉਂਦੇ ਨੇ, ਅਤੇ ਉਹ ਬਾਰ-ਬਾਰ ਰਹੱਸ ਭਰਪੂਰ ਇਹ ਸਵਾਲ ਸੱਚੇ ਪਾਤਸ਼ਾਹ ਜੀ ਤੋਂ ਸਿੱਧ ਬਾਰ-ਬਾਰ, ਕਦੀ ਕੋਈ ਸਿੱਧ ਕਦੀ ਕੋਈ ਸਿੱਧ, ਕਿਉਂਕਿ ਸਿੱਧਾਂ ਦੀ ਮੰਡਲੀ ਹੈ, ਉਹ ਬਾਰ-ਬਾਰ ਪੁੱਛਦੇ ਨੇ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਤਸੱਲੀ ਬਖਸ਼ ਜਵਾਬ ਦਿੰਦੇ ਨੇ। ਜਿਸ ਤਰ੍ਹਾਂ ਕਵਣ ਮੂਲ ਕਵਣ ਮਤ ਬੇਲਾ, ਤੇਰਾ ਕਵਣ ਗੁਰੂ ਕਿਸ ਕਾ ਤੂੰ ਚੇਲਾ। ਇੱਥੇ ਆ ਗਏ ਨੇ ਕਿ ਇਹ ਗੁਰੂ ਨਾਨਕ ਦੇਵ ਜੀ ਜਿਹੜੇ ਕਿ ਉਹਨੂੰ ਬਾਲਕਾ ਕਹਿੰਦੇ ਨੇ, ਕਿਉਂਕਿ ਸਿੱਧਾਂ ਦੀ ਉਮਰ ਬੜੀ ਲੰਮੀ ਹੈ, ਇਹ ਬਾਲ ਅਵਸਥਾ ਵਿੱਚ ਹੀ ਨੇ, ਬਾਲਕੇ ਨੇ ਸਾਡੇ ਸਾਹਮਣੇ, ਪਰ ਫਿਰ ਵੀ ਸਾਡੀ ਤਸੱਲੀ ਕਰਾਉਂਦੇ ਨੇ। ਹਰ ਇੱਕ ਸਵਾਲ ਦਾ ਬੜੀ ਬਿਰਤਾ ਨਾਲ ਸਵਾਲ ਦਿੰਦੇ ਨੇ ਤੇ ਉਹਨੂੰ ਪੁੱਛਦੇ ਨੇ, ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ, ਤੁਹਾਡਾ ਗੁਰੂ ਕੌਣ ਹੈ? ਉਹ ਕੌਣ ਹੈ ਜਿਹਨੇ ਤੁਹਾਨੂੰ ਇਤਨੀ ਤੀਬਰ ਬੁੱਧੀ ਦਿੱਤੀ ਹੈ ਕਿ ਤੁਸੀਂ ਹਰ ਸਵਾਲ ਦਾ ਜਵਾਬ ਸਮਝ ਦਿੰਦੇ। ਸੋ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਤਸੱਲੀ ਕਰਾਉਂਦੇ ਨੇ, ਅਤੇ ਇਹ ਚੱਲਦੇ ਚੱਲਦੇ ਆਪਾਂ 47 ਪੌੜੀਆਂ ਸਿੱਧ ਗੋਸ਼ਟ ਦੀਆਂ, ਜਿਹੜੀ ਕਿ ਪਿਛਲੀ ਪੌੜੀ ਇੱਥੇ ਮੁੱਕੀ ਸੀ ਕਿ ਕਾਮ ਕ੍ਰੋਧ ਬਿਖ ਅਗਨ ਨਿਵਾਰੇ, ਨਾਨਕ ਨਦਰੀ ਨਦਰ ਪਿਆਰੇ। ਉਹ ਪਿਛਲੇ ਹਫ਼ਤੇ ਵਿਚਾਰ ਭਾਈ ਸਾਹਿਬ ਜੀ ਨੇ ਸੁਣਾਏ ਸਨ, ਤੇ ਅੱਜ ਆਪਾਂ ਇੱਥੋਂ ਅਗਾਂਹ ਚੱਲਣਾ ਹੈ ਕਿ ਸਿੱਧ ਦੁਆਰਾ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੁਆਰਾ ਕੀ ਪੁੱਛਦੇ ਨੇ, ਕਿਹੜੇ ਸਵਾਲ ਪੁੱਛਦੇ ਨੇ, ਅਤੇ ਕੋਸ਼ਿਸ਼ ਕਰਨੀ ਹੈ ਉਹਨਾਂ ਨੂੰ ਆਪਣੇ ਜੀਵਨ ਤੇ ਢਾਲਣ ਦੀ। ਕਿ ਜੋ ਸਾਡਾ ਜੀਵਨ ਹੈ, ਇਹ ਸਵਾਲ ਸਾਡੇ ਵੀ ਨੇ, ਸਾਡੇ ਮਨ ਵਿੱਚ, ਸਾਡੇ ਜ਼ਿਹਨ ਵਿੱਚ ਵੀ ਆਉਂਦੇ ਨੇ, ਅਤੇ ਇਹਨਾਂ ਤੋਂ ਆਪਾਂ ਸਿੱਖਿਆ ਲੈਣੀ ਹੈ। ਸੋ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਸਿੱਖ ਚੈਨਲ ਦੇ ਇੱਥੇ ਪਲੇਟਫਾਰਮ ਤੇ ਜੁੜੇ ਹੋਏ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, 47 ਪੌੜੀਆਂ ਦੇ ਵਿਚਾਰ ਤੁਸੀਂ ਪੂਰੇ ਕਰ ਚੁੱਕੇ। ਸੋ ਅੱਜ 48ਵੀਂ ਪੌੜੀ, ਕਵਨ ਮੁਖ ਚੰਦ ਹਿਵੇ ਕਰ ਛਾਇਆ, ਕਵਨ ਮੁਖ ਸੂਰਜ ਤਪੇ ਤਪਾਇਆ। ਇਹ ਪੌੜੀ ਇਸ ਤਰ੍ਹਾਂ ਚੱਲਦੀ ਹੈ ਤੇ ਇਹਦੇ ਵਿਚਾਰ ਸੰਗਤਾਂ ਨੂੰ ਸਰਵਣ ਕਰਾਓ ਜੀ। ਬਹੁਤ ਧੰਨਵਾਦ ਡਾਕਟਰ ਸਾਹਿਬ। ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਨਾ ਕਿ ਗੁਰੂ ਨਾਨਕ ਸਾਹਿਬ ਨੇ ਇਸ ਬਾਣੀ ਰਾਹੀਂ ਸਿੱਧਾਂ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਆਧਾਰ ਬਣਾ ਕੇ ਸਾਡੇ ਜੀਵਨ ਵਾਸਤੇ ਬਹੁਤ ਵਧੀਆ ਸਿੱਖਿਆਦਾਇਕ ਸਿਧਾਂਤ ਜਿਹੜੇ ਨੇ ਉਹ ਸਪਸ਼ਟ ਕੀਤੇ ਹੈ। ਜਿਹੜਾ ਸਿੱਧਾਂ ਦਾ ਸਵਾਲ ਹੈ ਵੀ ਕਿਵ ਕਰ ਤੂਤਰ ਸਾਗਰ ਤਰੀਏ, ਕਿਵ ਕਰ ਪਾਈਏ ਪਾਰੋ। ਭਈ ਇਹ ਜਿਹੜਾ ਜੀਵਨ ਹੈ, ਆਮ ਧਾਰਮ ਸੰਸਾਰ ਇਹ ਕਹਿੰਦਾ ਹੈ ਕਿ ਇਹ ਜੀਵਨ ਦੁੱਖਾਂ ਦਾ ਘਰ ਹੈ। ਬੁੱਧ ਧਰਮ ਦੀ ਸਾਰੀ ਸਿਧਾਂਤ ਤੇ ਖੜਾ ਹੈ ਕਿ ਇਹ ਦੁੱਖ, ਇਹ ਸੰਸਾਰ ਆ ਜਿਹੜਾ, ਇਹ ਦੁੱਖਾਂ ਦਾ ਘਰ ਹੈ। ਇਸ ਕਰਕੇ ਇਹਨਾਂ ਦੁੱਖਾਂ ਨੂੰ ਛੱਡ ਕੇ, ਘਰ ਘਰ ਛੱਡ ਕੇ ਦੌੜ ਜਾਣਾ ਚਾਹੀਦਾ। ਪਰ ਗੁਰਮਤਿ ਕਹਿੰਦੀ ਹੈ ਕਿ ਇਹ ਜਿਹੜਾ ਜੀਵਨ ਹੈ, ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ, ਇਹਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਇਹਦਾ ਜਿਹੜਾ ਲਾਹਾ ਹੈ, ਇਹਦਾ ਜਿਹੜਾ ਪਰਪਸ ਹੈ ਜੀਵਨ ਦਾ, ਉਹ ਪੂਰਾ ਕਰਨਾ ਚਾਹੀਦਾ ਹੈ। ਕਵੀ ਸਾਹਿਬ ਦਾ ਇੱਕ ਸ਼ਬਦ ਹੈ ਡਾਕਟਰ ਸਾਹਿਬ, ਤੁਹਾਡੇ ਧਿਆਨ 'ਚ ਹੋਣਾ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਭ। ਇਹ ਜਿਹੜਾ ਮਨੁੱਖਾ ਜਨਮ ਸਾਨੂੰ ਮਿਲਿਆ, ਇਹਦਾ ਇੱਕ ਮਕਸਦ ਹੈ, ਤੇ ਉਸ ਮਕਸਦ ਜਿਹੜੀ ਪੂਰਤੀ ਹੈ ਉਹ ਗੁਰੂ ਦੇ ਦਿੱਤੇ ਹੋਏ ਸ਼ਬਦ
ਦੇ ਮੁਤਾਬਕ ਜ਼ਿੰਦਗੀ ਜਿਉ ਕੇ ਉਹਦੀ ਪੂਰਤੀ ਕੀਤੀ ਜਾ ਸਕਦੀ ਹੈ। ਅੱਜ ਮੈਂ ਸਮਝਦਾ, ਜਦੋਂ ਮੈਂ ਵਿਚਾਰਦਾ ਤੇ ਮੈਨੂੰ ਇਦਾਂ ਲੱਗਦਾ ਹੈ ਕਿ ਅੱਜ ਸਿੱਧ ਗੋਸ਼ਟ ਵਿੱਚ ਜਿਹੜੇ ਆਏ ਸਵਾਲ ਨੇ ਤੇ ਗੁਰੂ ਨਾਨਕ ਸਾਹਿਬ ਦੇ ਜਿਹੜੇ ਜਵਾਬ ਹੈ, ਉਹਨਾਂ ਦੀ ਅੱਜ ਸਿੱਖ ਪੰਥ ਨੂੰ, ਕੌਮ ਨੂੰ ਜਾਂ ਸਿੱਖ ਸਮਾਜ ਨੂੰ ਬਹੁਤ ਲੋੜ ਹੈ। ਕਾਰਨ ਇਹ ਹੈ ਕਿ ਜਿਹੜੀ ਸਾਡੀ ਬਿਰਤੀ ਹੈ ਉਹ ਵੀ ਸਿੱਧਾ ਵਾਂਗੂ ਤਰਕਵਾਦੀ ਹੋ ਗਈ ਹੈ। ਅਸੀਂ ਸਵਾਲ ਬਹੁਤ ਕਰਦੇ, ਪਰ ਮੈਂ ਕਈ ਵਾਰੀ ਜ਼ਿਕਰ ਕੀਤਾ, ਆਪਾਂ ਵੀ ਵਿਚਾਰਿਆ ਸਾਂਝੇ ਤੌਰ ਤੇ, ਭਈ ਧਰਮ ਦਾ ਸੰਬੰਧ ਸਿਰਫ ਸਵਾਲਾਂ ਤੱਕ ਨਹੀਂ ਹੁੰਦਾ। ਧਰਮ ਦਾ ਸੰਬੰਧ ਸਵਾਲਾਂ ਤੋਂ ਉੱਪਰ ਉੱਠ ਕੇ ਆਪਣੇ ਅੰਦਰ ਨਾਲ ਜੁੜਨ ਦੀ ਗੱਲ ਹੁੰਦੀ ਹੈ। ਅੱਜ ਦੀਆਂ ਜਿਹੜੀਆਂ ਪੌੜੀਆਂ ਨੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਤਾਂ ਗੱਲ ਕੀਤੀ ਵੀ ਹੈ, ਜੇ ਉਸ ਤੱਕ ਆਪਾਂ ਪਹੁੰਚ ਸਕੇ ਆਪਾਂ ਥੋੜਾ ਜਿਹਾ ਉਹਨੂੰ ਵਿਸਥਾਰ ਕਰਾਂਗੇ। ਇਹ ਜਿਹੜੀ 48ਵੀਂ ਪੌੜੀ ਹੈ, ਕਵਨ ਮੁਖ ਚੰਦ ਹਿਵੈ ਘਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਹਤ ਨਿਤ ਰਹੈ, ਕਵਨ ਬੁੱਧ ਗੁਰਮੁਖ ਪਤ ਰਹੇ, ਕਵਨ ਜੋਧ ਜੋ ਕਾਲ ਸੰਘਾਰੇ, ਬੋਲੇ ਨਾਨਕ ਬੋਲੇ ਬਾਣੀ ਨਾਨਕ ਵਿਚਾਰੇ, ਕਵਨ ਮੁਖ ਚੰਦ ਹਿਵੈ ਘਰ ਛਾਇਆ। ਕਿਵੇਂ ਹਿਵੈ ਘਰ ਹੁੰਦਾ? ਬਰਫ਼ ਦਾ ਘਰ। ਹਿਰਦੇ ਦੇ ਵਿੱਚ ਬਰਫ਼ ਵਾਂਗੂ ਜਿਹੜੀ ਇੱਕ ਕੋਮਲਤਾ ਹੈ, ਇੱਕ ਸ਼ਾਂਤੀ, ਇੱਕ ਠੰਡਕ ਹੈ, ਉਹ ਕਿਵੇਂ ਪਸਰੀ ਰਵੇ? ਉਹ ਕਿਹੜਾ ਤਰੀਕਾ ਹੈ, ਉਹ ਕਿਹੜਾ ਮੁੱਖ ਹੈ, ਉਹ ਕਿਹੜਾ ਸਾਧਨ ਹੈ ਜਿਹਦੇ ਨਾਲ ਸਾਡੇ ਹਿਰਦੇ ਵਿੱਚ, ਸਾਡੇ ਚਿਹਰੇ ਦੇ ਉੱਤੇ ਇੱਕ ਨਿਰਮਲਤਾ, ਇੱਕ ਠੰਡਕ, ਇੱਕ ਜਿਹਨੂੰ ਅਸੀਂ ਬਹੁਤ ਸ਼ਾਂਤੀ ਦੀ ਗੱਲ ਕਰਦੇ ਹਾਂ, ਉਹ ਕਿਵੇਂ ਸਾਡੇ ਜੀਵਨ ਦਾ ਹਿੱਸਾ ਬਣ ਜਾਏ। ਔਰ ਉਹਦੇ ਨਾਲ ਹੀ ਅਗਲੀ ਗੱਲ ਹੈ, ਕਵਨ ਮੁਖ ਸੂਰਜ ਤਪੈ ਤਪਾਇਆ। ਫਿਰ ਕਿਵੇਂ ਮੂੰਹ ਦੇ ਉੱਤੇ ਉਹ ਗਿਆਨ ਦਾ ਜਿਹੜਾ ਸੂਰਜ ਹੈ ਉਹ ਤਪਦਾ ਰਹੇ। ਹੁਣ ਗਿਆਨ ਹੈ ਜਿਹੜਾ, ਉਹਨੂੰ ਸੂਰਜ ਨਾਲ ਤੁਲਨਾ ਦਿੱਤੀ ਹੈ। ਆਮ ਤੌਰ ਤੇ ਕੀ ਹੁੰਦਾ ਕਿ ਜਿਹੜੇ ਲੋਕ ਗਿਆਨਵਾਨ ਹੋ ਜਾਂਦੇ ਨੇ, ਆਪਾਂ ਸਿੱਧਾ ਦੀ ਉਦਾਹਰਣ ਹੀ ਲੈ ਲਈਏ, ਸਿੱਧਾ ਨੂੰ ਲੱਗਦਾ ਕਿ ਸਾਨੂੰ ਬਹੁਤ ਗਿਆਨ ਹੋ ਗਿਆ ਤੇ ਉਸ ਗਿਆਨ ਦੇ ਕਰਕੇ ਹੀ ਸਿੱਧ ਹੰਕਾਰੀ ਹੋ ਗਏ। ਜੇ ਇਸ ਸਵਾਲ ਨੂੰ ਛੋਟਾ ਕਰਕੇ ਦੇਖਣਾ ਹੋਵੇ ਤਾਂ ਇਹ ਹੈ ਕਿ ਜਦੋਂ ਆਪਣੇ ਜੀਵਨ ਦੇ ਵਿੱਚ ਗਿਆਨ ਦੀ ਪੂਰੀ ਭਰਪੂਰਤਾ ਹੋਵੇ, ਬਹੁਤ ਗਿਆਨ ਹੋਵੇ, ਉਸ ਦੇ ਬਾਵਜੂਦ ਵੀ, ਗਿਆਨ ਹੋਣ ਦੇ ਬਾਅਦ ਵੀ ਨਿਰਮਲ ਆਪਣਾ ਜਿਹੜਾ ਨਿਮਰਤਾ ਵਾਲਾ ਜੀਵਨ ਜਿਹੜਾ ਹੈ ਉਹ ਕਿਵੇਂ ਜਿਉਣਾ ਹੈ, ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਨਿਮਰਤਾ ਵੀ ਬਣੀ ਰਵੇ ਤੇ ਨਿਮਰਤਾ ਦੇ ਨਾਲ ਨਾਲ ਜਿਹੜਾ ਗਿਆਨ ਦਾ ਪ੍ਰਕਾਸ਼ ਹੈ ਉਹ ਵੀ ਬਣਿਆ ਰਵੇ। ਇਹਨੂੰ ਪ੍ਰਕਾਸ਼ ਨੂੰ ਸੂਰਜ ਦੇ ਨਾਲ ਤੁਲਨਾ ਦਿੱਤੀ ਹੈ ਤੇ ਨਿਮਰਤਾ ਨੂੰ ਚੰਦ ਦੇ ਨਾਲ ਜਿਹੜਾ ਹੈਗਾ ਉਹ ਉਹਦੀ ਤੁਲਨਾ ਕੀਤੀ ਹੈ, ਕਿਉਂਕਿ ਚੰਦ ਰਾਤ ਨੂੰ ਚੜ੍ਹਦਾ ਹੈ ਤੇ ਚੰਦ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਠੰਡਾ ਹੁੰਦਾ ਹੈ, ਰਾਤ ਨੂੰ ਠੰਡ ਪਸਰੀ ਹੋਈ ਹੁੰਦੀ ਹੈ, ਤੇ ਸੂਰਜ ਹੈ ਜਿਹੜਾ ਉਹ ਦਿਨ ਨੂੰ ਚੜ੍ਹਦਾ ਹੈ ਤੇ ਸੂਰਜ ਗਰਮੀ ਦਿੰਦਾ ਸਾਨੂੰ ਇਸ ਜੀਵਨ ਜੀਉਣ ਵਾਸਤੇ। ਇਸ ਕਰਕੇ ਜਿਹੜਾ ਸੂਰਜ ਹੈ ਉਹਦਾ ਸੰਬੰਧ ਤਪਸ਼ ਨਾਲ ਹੈ, ਗਰਮੀ ਨਾਲ ਹੈ, ਤੇ ਚੰਦ ਦਾ ਸੰਬੰਧ ਜਿਹੜਾ ਹੈ ਉਹ ਠੰਡਕ ਨਾਲ ਹੈ। ਸੂਰਜ ਵਾਂਗੂ ਦਹਿਕਦਾ ਗਿਆਨ ਜਿਹਦੇ ਜੀਵਨ ਦੇ ਵਿੱਚ ਹੋਵੇ, ਉਸ ਦੇ ਬਾਵਜੂਦ ਵੀ ਕਿਸ ਤਰੀਕੇ ਦੇ ਨਾਲ ਮਨ ਦੇ ਵਿੱਚ ਨਿਰਮਲਤਾ ਜਿਹੜੀ ਹੈ, ਨਿਰਮਾਣਤਾ ਜਿਹੜੀ ਹੈ, ਕੋਮਲਤਾ ਜਿਹੜੀ ਹੈ, ਠੰਡਕ ਜਿਹੜੀ ਹੈ ਉਹ ਬਣੀ ਰਵੇ। ਭਾਈ ਜਿਹੜਾ ਤੁਸੀਂ ਇਹ ਆਪਣੇ ਪੰਕਤੀਆਂ, ਦੋ ਪੰਕਤੀਆਂ ਇਹਨਾਂ ਦੇ ਅਰਥ ਕੀਤੇ ਨੇ ਕਿ ਸੂਰਜ ਵਾਂਗ ਗਿਆਨਵਾਨ ਹੋਣਾ ਤੇ ਫਿਰ ਵੀ ਆਪਣੇ ਵਿੱਚ ਨਿਮਰਤਾ ਰੱਖਣੀ। ਪਰ ਅੱਜ ਅਸੀਂ ਜਿੱਥੇ ਖੜੇ ਹਾਂ, ਥੋੜਾ ਜਿਹਾ ਆਪਣੇ ਵੱਲ ਨਜ਼ਰ ਮਾਰ ਲਈਏ, ਆਪਣੇ ਸੰਸਾਰ ਵੱਲ, ਆਪਣੇ ਜਿੱਥੇ ਸਿੱਖ ਕੌਮ ਖੜੀ ਹੈ ਅੱਜ ਕੱਲ, ਜਦੋਂ ਜਿਹੜਾ ਵੀ ਗਿਆਨਵਾਨ ਹੈ ਉਹ ਤਰਕਵਾਦੀ ਬਣਦਾ ਜਾਂਦਾ ਹੈ। ਜਿਹੜੇ ਚੰਦਰਮਾ ਦੀ ਨਿਮਰਤਾ ਉਹ ਦਖਮ ਲਾ ਕੇ ਉੱਡ ਜਾਂਦੀ ਹੈ। ਇਹ ਜਿਹੜਾ ਆਪਾਂ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਇਹ ਸਵਾਲ ਜੋ ਸਿੱਧਾ ਨਹੀਂ ਕੀਤੇ ਨੇ, ਅੱਜ ਸਾਡੇ ਤੇ ਢੁਕਦੇ ਨੇ ਤੇ ਅਸੀਂ ਆਪਣੇ ਇਹਨਾਂ ਤੋਂ ਸੇਧ ਲੈਣੀ। ਤੇ ਥੋੜੇ ਜਿਹੇ ਅੱਜ ਦੇ ਸਮਾਜ ਨਾਲ ਰਲਾ ਕੇ ਥੋੜਾ ਸਾਨੂੰ ਦੱਸੋ ਕਿ ਇਹ ਸਿਰਫ ਸੱਚੇ ਪਾਤਸ਼ਾਹ ਜੀ ਦੇ ਜੋ ਸਿੱਧਾ ਨਾਲ ਸਵਾਲ ਜਵਾਬ ਨੇ, ਅਸੀਂ ਅੱਜ ਇੱਥੇ ਕਿੱਥੇ ਖੜੇ ਹਾਂ? ਮੇਰਾ ਖਿਆਲ ਨਾ ਡਾਕਟਰ ਸਾਹਿਬ, ਜਿਹੜਾ ਇਹਨਾਂ ਸਵਾਲਾਂ ਦਾ, ਇਸ ਸਵਾਲ ਦਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਨਾ, ਉਸ ਜਵਾਬ ਤੋਂ ਬਾਅਦ ਸਾਨੂੰ ਆਪਣਾ ਜਿਹੜਾ ਸਵੈ ਪੜਚੋਲ ਕਰਨ ਦਾ ਸੌਖਾ ਹੋ ਜਾਊਗਾ ਸਾਡੇ ਲਈ। ਜਦੋਂ ਮਨੁੱਖ ਧਾਰਮਿਕ ਸੰਸਾਰ ਦੇ ਵਿੱਚ ਵਿਚਰਦਾ ਹੈ ਤੇ ਧਾਰਮਿਕ ਸੰਸਾਰ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ।
ਧਾਰਮਿਕ ਸੰਸਾਰ ਦੇ ਵਿੱਚ ਉਦੋਂ ਤੱਕ ਤੁਰਿਆ ਹੀ ਨਹੀਂ ਜਾ ਸਕਦਾ ਜਦੋਂ ਤੱਕ ਮਨੁੱਖ ਇਹ ਨਾ ਸਮਝੇ ਕਿ ਮੇਰਾ ਜੀਵਨ ਅਧੂਰਾ ਹੈ। ਮੇਰੀ ਜਿਹੜੀ ਸਮਝ ਹੈ ਉਹ ਛੋਟੀ ਹੈ ਤੇ ਮੈਂ ਜਿਹੜੀ ਆਪਣੀ ਛੋਟੀ ਸਮਝ ਹੈ ਉਹਨੂੰ ਆਪਣਾ ਜਿਹੜਾ ਗੁਰੂ ਹੈ, ਜਿਹੜਾ ਮੇਰਾ ਧਾਰਮਿਕ ਆਗੂ ਹੈ, ਉਹਦੇ ਪਾਸੋਂ ਗਿਆਨ ਪ੍ਰਾਪਤ ਕਰਨਾ ਹੈ। ਅੱਜ ਮੁਸ਼ਕਲ ਇਹ ਬਣ ਗਈ ਹੈ ਕਿ ਅਸੀਂ ਸਾਰੇ ਹੀ ਜਿੰਨਾ ਵੀ ਸਾਨੂੰ ਸਮਝ ਆਇਆ ਹੈ, ਅਸੀਂ ਉਹਨੂੰ ਹੀ ਆਖਰੀ ਸੱਚ ਮੰਨ ਕੇ ਬੈਠ ਗਏ ਹਾਂ। ਜਦੋਂ ਸਾਡੇ ਮਨ ਦੇ ਵਿੱਚ ਇਹ ਭਾਵਨਾ ਬਣੀ ਹੋਈ ਹੋਵੇ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ, ਮੇਰੀ ਮਤ ਥੋੜੀ ਰਾਮ, ਇਹ ਜਿਹੜੀ ਮੇਰੀ ਸਮਝ ਹੈ ਉਹਦਾ ਲੈਵਲ ਤਾਂ ਬਹੁਤ ਛੋਟਾ ਹੈ। ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਮਝ ਦਾ ਲੈਵਲ ਬਹੁਤ ਉੱਚਾ ਹੈ। ਉਹਨਾਂ ਦੇ ਵੱਡੇ ਵੱਡੇ ਲੋਕਾਂ ਨੇ ਨਾਲ ਦੇ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਸਮਝਾਇਆ ਹੈ। ਤੇ ਅਸੀਂ ਜਿਹੜੇ ਆ, ਅਸੀਂ ਤਾਂ ਹਾਲੇ ਇਸ ਰਸਤੇ ਤੇ ਤੁਰਨਾ ਹੀ ਸਿੱਖਿਆ ਹੈ। ਜੇ ਅਸੀਂ ਇਹ ਮਹਿਸੂਸ ਕਰ ਲਈਏ, ਆਪਣੇ ਜੀਵਨ ਦੇ ਦਾ ਆਧਾਰ ਬਣਾ ਲਈਏ ਇਸ ਵਿਚਾਰ ਨੂੰ ਵੀ ਮੈਂ ਅਜੇ ਬਹੁਤ ਕੁਝ ਸਿੱਖਣਾ ਹੈ, ਮੈਨੂੰ ਅਜੇ ਕੁਝ ਨਹੀਂ ਆਉਂਦਾ, ਮੈਂ ਹਾਲੇ ਸਿਰਫ ਇਸ ਰਸਤੇ ਤੇ ਪੈਰ ਹੀ ਪਟਿਆ ਹੈ, ਉਦੋਂ ਤੱਕ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਗਿਆਨ ਉਦੋਂ ਹੀ ਹਾਸਲ ਕੀਤਾ ਜਾ ਸਕਦਾ ਹੈ ਜਦੋਂ ਸਾਡੇ ਜੀਵਨ ਦੇ ਵਿੱਚ ਇਹ ਗੱਲ ਬਣ ਜਾਏ ਕਿ ਮੈਨੂੰ ਗਿਆਨ ਦੀ ਲੋੜ ਹੈ, ਮੈਨੂੰ ਨੌਲੇਜ ਚਾਹੀਦੀ ਹੈ, ਮੈਨੂੰ ਜਾਣਕਾਰੀ ਚਾਹੀਦੀ ਹੈ। ਜਦੋਂ ਉਹਨੂੰ ਪਹਿਲਾਂ ਹੀ ਲੱਗ ਜਾਵੇ ਕਿ ਮੇਰੇ ਕੋਲ ਤਾਂ ਪਹਿਲਾਂ ਹੀ ਜਾਣਕਾਰੀ ਬਹੁਤ ਹੈ, ਤੇ ਫਿਰ ਉਹ ਗਿਆਨ ਕਿਵੇਂ ਪ੍ਰਾਪਤ ਕਰ ਸਕਦਾ ਹੈ? ਜਿਹੜੀ ਗੱਲ ਤੁਸੀਂ ਜਿਹੜੇ ਅਸੀਂ ਇਸ ਵੇਲੇ ਉੱਥੇ ਖੜੇ ਆ ਕਿ ਜੋ ਮੈਂ ਸਮਝ ਲਿਆ, ਜੋ ਮੈਨੂੰ ਪਤਾ ਲੱਗ ਗਿਆ, ਉਹ ਅਖੀਰੀ ਸੱਚ ਹੈ। ਹਾਂਜੀ। ਤੇ ਜਿਹੜੀ ਪੰਕਤੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਪੰਕਤੀ ਭੁੱਲ ਗਏ, ਅਸੀਂ ਭੁੱਲ ਗਏ ਆ ਕਿ ਤੂੰ ਸਮਰੱਥ ਵੱਡਾ, ਜਿਹੜਾ ਗੁਰੂ ਆ ਉਹ ਅਗਾਂਹ ਤੋਂ ਅਗਾਂਹ ਹੈ। ਪਰ ਸਾਡੀ ਇਹ ਤਰਾਸਗੀ ਅੱਜ, ਜਿੱਥੇ ਮੈਂ ਬੜੀ ਫਰਾਖ ਦਿਲੀ ਨਾਲ ਆਖਾਂਗਾ ਕਿ ਸਾਡੀ ਤਰਾਸਗੀ ਹੈ ਸਾਡੇ ਸਾਰਿਆਂ ਦੀ, ਕਿ ਅਸੀਂ ਜੋ ਵੀ ਸਮਝ ਲਿਆ ਅਸੀਂ ਕਹਿੰਦੇ ਆ ਕਿ ਇਹ ਤੋਂ ਵੱਧ ਹੋਰ ਕੋਈ ਨਹੀਂ, ਇਹ ਤੋਂ ਵੱਧ ਜੋ ਮੈਂ ਸਮਝ ਲਿਆ ਇਹ ਅਖੀਰਲੀ ਮੰਜ਼ਿਲ ਹੈ। ਤੇ ਜੇ ਅਖੀਰਲੀ ਮੰਜ਼ਿਲ ਸਮਝ ਲਈ ਤਾਂ ਫਿਰ ਅਗਾਂਹ ਕਿੱਦਾਂ ਤੋਂ ਸਾਨੂੰ ਆਪਣੇ ਆਪ ਨੂੰ ਜੀ ਡਾਕਟਰ ਸਾਹਿਬ, ਇਹਦਾ ਦੂਸਰਾ ਪੱਖ ਵੀ ਜੀ, ਦੂਸਰਾ ਪੱਖ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਗੁਰਬਾਣੀ ਚੋਂ ਮਿਲਣੇ ਆ, ਗੁਰੂ ਦੇ ਸ਼ਬਦ ਚੋਂ ਮਿਲਣੇ ਆ। ਜਿਹੜੇ ਲੋਕ ਹੈਨ ਬਿਰਲੇ ਨਾ ਹੀ ਕਣੇ, ਬੇਸ਼ੱਕ ਉਹ ਬਿਰਲੇ ਨੇ, ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਸ਼ਬਦ ਦੇ ਨਾਲ ਆਪਣੀ ਸਾਂਝ ਬਣਾਈ ਹੈ, ਤੇ ਸਾਂਝ ਬਣਾਉਣ ਤੋਂ ਬਾਅਦ ਜਿਨ੍ਹਾਂ ਦੇ ਹਿਰਦੇ ਦੇ ਵਿੱਚ, ਜਿਨ੍ਹਾਂ ਦੇ ਮਨ ਦੇ ਵਿੱਚ ਨਿਮਰਤਾ ਆ ਜਾਂਦੀ ਹੈ, ਉਹ ਫਿਰ ਬਾਹਰ ਲੋਕਾਂ ਵਿੱਚ ਜਾ ਕੇ ਰੌਲਾ ਨਹੀਂ ਪਾਉਂਦੇ ਫਿਰਦੇ ਕਿ ਸਾਡੇ 'ਚ ਨਿਮਰਤਾ ਬਹੁਤ ਆ ਗਈ ਹੈ। ਇਹ ਵੀ ਇੱਕ ਕਾਰਨ ਹੈ ਕਿ ਉਹ ਲੋਕ ਸਾਨੂੰ ਬਹੁਤ ਘੱਟ ਦਿਖਾਈ ਦਿੰਦੇ ਸਮਾਜ ਦੇ ਵਿੱਚ, ਜਿਹੜੇ ਸ਼ਬਦ ਨਾਲ ਜੁੜੇ ਹੋਏ ਹੈ, ਜਿਹੜੇ ਸ਼ਬਦ ਨਾਲ ਜੁੜਨ ਦਾ ਸਿਰਫ ਇੱਕ ਢੋਂਗ ਜਿਹਾ ਕਰਕੇ ਹੀ ਆਪਣੇ ਆਪ ਨੂੰ ਸਮਝਦੇ ਕਿ ਸਾਨੂੰ ਬਹੁਤ ਆ ਗਿਆ, ਉਹ ਗਲ 'ਚ ਢੋਲ ਪਾ ਕੇ ਉੱਚੀ ਲੋਕਾਂ ਨੂੰ ਦੱਸਦੇ ਫਿਰਦੇ ਹੈ ਕਿ ਮੈਨੂੰ ਜੋ ਪਤਾ ਲੱਗਾ ਤੁਹਾਨੂੰ ਪਤਾ ਹੈ, ਤੁਹਾਨੂੰ ਨਹੀਂ ਪਤਾ ਲੱਗਾ ਇਸ ਗੱਲ ਦਾ ਜਿਹੜੀ ਗੱਲ ਦਾ ਮੈਨੂੰ ਪਤਾ ਲੱਗਾ ਹੈ। ਇਸ ਕਰਕੇ ਉਹਨਾਂ ਲੋਕਾਂ ਦੀ ਬਹੁਤਾਤ ਸਾਨੂੰ ਮਹਿਸੂਸ ਹੁੰਦੀ ਹੈ। ਪਰ ਇਹਦਾ ਇਹ ਮਤਲਬ ਨਹੀਂ ਕਿ ਕੋਈ ਐਸੇ ਸ਼ਖਸ ਨਹੀਂ ਹੈਗੇ ਜਿਨ੍ਹਾਂ ਨੇ ਸ਼ਬਦ ਦੇ ਮੁਤਾਬਕ ਜ਼ਿੰਦਗੀ ਜਿਉਂ ਕੇ ਗੁਰੂ ਆਸ਼ੇ ਦੇ ਮੁਤਾਬਕ ਆਪਣਾ ਜੀਵਨ ਨਹੀਂ ਢਾਲਿਆ। ਇੱਥੇ ਜਿਹੜੇ ਸਿੱਧ ਨੇ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਬਾਲਕ ਸੱਦਦੇ ਨੇ, ਉਹ ਹਾਲਾਂਕਿ ਉਹ ਮੰਨਦੇ ਨੇ ਇਹ ਗੱਲ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਮੇਰੀ ਵੱਡੀ ਕਮਾਈ, ਇਹ ਗੱਲ ਮੰਨਦੇ ਨੇ ਉਹ। ਪਰ ਇਹ ਮੰਨਣ ਦੇ ਬਾਵਜੂਦ ਵੀ ਫਿਰ ਵੀ ਗੁਰੂ ਨਾਨਕ ਸਾਹਿਬ ਨੂੰ ਬਾਲਕ ਹੀ ਸੱਦਦੇ ਨੇ, ਬੱਚਾ ਹੀ ਸਮਝਦੇ ਨੇ ਕਿ ਜਿਹੜਾ ਸਾਡਾ ਗਿਆਨ ਹੈ, ਜਿਹੜਾ ਅਸੀਂ ਇਹਨਾਂ ਘਾਲਣਾਵਾਂ ਘਾਲ ਕੇ ਪੁੱਠੇ ਲਟਕ ਕੇ ਪ੍ਰਾਪਤ ਕੀਤਾ ਹੈ, ਉਹਦੇ ਬਰਾਬਰ ਗੁਰੂ ਨਾਨਕ ਦਾ ਉਪਦੇਸ਼ ਨਹੀਂ ਪਹੁੰਚ ਸਕਦਾ, ਇਹ ਹਾਲੇ ਵਿਚਾਰਾ ਬਾਲਕ ਹੀ ਹੈ। ਇਸੇ ਤਰ੍ਹਾਂ ਦੀ ਜਿਹੜੀ ਬਿਰਤੀ ਹੈ ਉਹ ਧਾਰਮਿਕ ਸੰਸਾਰ ਦੇ ਵਿੱਚ ਬਹੁਤ ਖਤਰਨਾਕ ਹੁੰਦੀ ਹੈ। ਧਾਰਮਿਕ ਸੰਸਾਰ ਦੇ ਵਿੱਚ ਪਤਾ ਨਹੀਂ ਕਦੋਂ, ਕਿਹੜੇ ਮੋੜ ਦੇ ਉੱਤੇ ਕਿਸੇ ਸੱਜਣ ਸ਼ਾਹ ਨੇ ਸੱਜਣ ਠੱਗ ਬਣ ਜਾਣਾ ਹੈ। ਮੇਰਾ ਇਸ਼ਾਰਾ ਸਮਝ ਗਏ ਹੋ? ਕਿਸੇ ਵੇਲੇ ਸੱਜਣ ਸ਼ਾਹ ਨੇ ਮੁਸਾਫਰਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਸੀ, ਉਹਨਾਂ ਦੇ ਠਹਿਰਨ ਵਾਸਤੇ ਪ੍ਰਬੰਧ ਕੀਤਾ ਸੀ, ਤੇ ਕਦੋਂ ਉਹ ਉਸ ਧਰਮ ਦੇ ਰਸਤੇ ਤੋਂ ਤਿਲਕਿਆ ਤੇ ਕਦੋਂ ਉਹ ਸੱਜਣ ਸ਼ਾਹ ਤੋਂ ਸੱਜਣ ਠੱਗ ਬਣ ਗਿਆ। ਉਦੋਂ ਤੱਕ ਸੱਜਣ ਠੱਗ ਹੀ ਰਿਹਾ ਜਦੋਂ ਤੱਕ ਸੱਚੇ ਗੁਰੂ ਨੇ ਆ ਕੇ ਉਹਨੂੰ ਸ਼ਬਦ ਨਹੀਂ ਸੁਣਾਇਆ। ਪਰ ਜਦੋਂ ਸ਼ਬਦ ਸੁਣਾਇਆ, ਬਸ
ਫਿਰ ਉਹ ਸੱਜਣ ਸ਼ਾਹ ਤੋਂ ਦੁਬਾਰਾ ਫਿਰ ਸੱਜਣ ਠੱਗ ਤੋਂ ਵਾਪਸ ਸੱਜਣ ਹੋ ਗਿਆ। ਇਸ ਤਰੀਕੇ ਨਾਲ ਪਤਾ ਨਹੀਂ ਕਦੋਂ ਕਿਹੜੇ ਵੇਲੇ ਮਨੁੱਖ ਨੇ ਜ਼ਿੰਦਗੀ ਦੇ ਵਿੱਚ ਆਪਣੇ ਮਨ ਦੀ ਮੱਤ ਦੇ ਹੱਥੋਂ ਹਾਰ ਜਾਣਾ ਹੈ। ਵਾਰ-ਵਾਰ ਗੁਰੂ ਦੇ ਲੜ ਲੱਗਣ ਵਾਸਤੇ ਤਦੇ ਵਾਰ-ਵਾਰ ਆਪਾਂ ਨੂੰ ਨਿਤਨੇਮ ਕਰਨ ਦੀ ਹਦਾਇਤ ਗੁਰੂ ਸਾਹਿਬ ਨੇ ਕੀਤੀ ਹੈ, ਬਾਣੀ ਪੜ੍ਹਨ ਦੀ ਹਦਾਇਤ ਕੀਤੀ ਹੈ। ਅਸੀਂ ਦੁਨਿਆਵੀ ਵਿੱਦਿਆ ਪ੍ਰਾਪਤ ਕਰਦੇ ਹਾਂ, ਜਿਹੜੀਆਂ ਕਿਤਾਬਾਂ ਸਕੂਲਾਂ 'ਚ ਪੜ੍ਹ ਲਈਦੀਆਂ ਉਹ ਬਾਅਦ ਵਿੱਚ ਨਹੀਂ ਪੜ੍ਹੀ ਦੀਆਂ। ਪ੍ਰਾਇਮਰੀ ਜਮਾਤਾਂ ਦੇ ਵਿੱਚ 2 ਦੂਣੀ 4, 3 ਦੂਣੀ 6, 4 ਦੂਣੀ 8 ਦੇ ਪਹਾੜੇ ਪੜ੍ਹੇ ਸਨ, ਦੁਬਾਰਾ ਨਹੀਂ ਪੜ੍ਹੇ। ਸਕੂਲ ਦੀਆਂ ਕਿਤਾਬਾਂ ਯੂਨੀਵਰਸਿਟੀ ਵਿੱਚ ਨਹੀਂ ਪੜ੍ਹੀਆਂ। ਯੂਨੀਵਰਸਿਟੀ ਤੋਂ ਬਾਅਦ ਜਦੋਂ ਜੌਬਸ ਤੇ ਚਲ ਗਿਆ, ਯੂਨੀਵਰਸਿਟੀਆਂ ਕਿਤਾਬਾਂ ਨਹੀਂ ਪੜ੍ਹੀਆਂ। ਉਹ ਦੁਨਿਆਵੀ ਵਿੱਦਿਆ ਹੈ। ਪਰ ਜਿਹੜੀ ਅਧਿਆਤਮਿਕ ਵਿੱਦਿਆ ਉਹਦੇ ਸਾਹਮਣੇ ਉਹ ਹਰ ਰੋਜ਼ ਸਾਨੂੰ ਪੜ੍ਹਨੀ ਪੈਂਦੀ ਹੈ। ਸ਼ਾਇਦ ਇਹੀ ਭੁਲੇਖਾ ਲੱਗਿਆ ਦੁਨੀਆ ਦੇ ਲੋਕਾਂ ਨੂੰ ਕਿ ਜਿਵੇਂ ਦੁਨਿਆਵੀ ਵਿੱਦਿਆ ਇੱਕ ਵਾਰੀ ਪੜ੍ਹ ਲਈਦੀ ਹੈ ਤੇ ਦੁਬਾਰਾ ਫਿਰ ਉਹਦੀ ਲੋੜ ਨਹੀਂ ਰਹਿੰਦੀ, ਇਸੇ ਤਰ੍ਹਾਂ ਧਾਰਮਿਕ ਤੌਰ ਤੇ ਜਿਹੜਾ ਸ਼ਬਦ ਇੱਕ ਵਾਰੀ ਪੜ੍ਹ ਲਿਆ ਫਿਰ ਉਹਨੂੰ ਵਾਰ-ਵਾਰ ਕਾਹਦੇ ਵਾਸਤੇ ਪੜ੍ਹਨਾ ਹੈ। ਪਰ ਇਹ ਉਹ ਨਹੀਂ ਸਮਝਦੇ ਕਿ ਜਿਹੜੀ ਸਾਡੀ ਮਨ ਦੀ ਅਵਸਥਾ ਹੈ, ਪਤਾ ਨਹੀਂ ਉਸ ਮਨ ਦੀ ਅਵਸਥਾ ਨੇ ਕਦੋਂ ਕਿੱਥੇ ਪਹੁੰਚ ਜਾਣਾ ਹੈ, ਕਿਉਂਕਿ ਮਨ ਬਹੁਤ ਚੰਚਲ ਹੈ। ਵਾਰ-ਵਾਰ ਮਨ ਨੂੰ ਕਾਬੂ ਕਰਨ ਦੀ ਗੱਲ, ਮਨ ਨੂੰ ਠਹਿਰਾਓ 'ਚ ਲੈ ਕੇ ਆਉਣ ਦੀ ਗੱਲ ਕੀਤੀ ਹੈ। ਇੱਥੇ ਵੀ ਇਸ ਪੌੜੀ ਵਿੱਚ ਵੀ ਜਿਹੜਾ ਸਿੱਧ ਸਵਾਲ ਕਰਦੇ ਨੇ ਉਹ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਕਿ ਗਿਆਨ ਦਾ ਸੂਰਜ ਹੋਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਜਦੋਂ ਤੱਕ ਗਿਆਨ ਨਹੀਂ ਜ਼ਿੰਦਗੀ ਦੇ ਵਿੱਚ, ਸਾਨੂੰ ਪਤਾ ਕਿਵੇਂ ਲੱਗੂਗਾ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ। ਤੇ ਗਿਆਨ ਦਾ ਰੋਸ਼ਨੀ, ਗਿਆਨ ਦਾ ਪ੍ਰਕਾਸ਼, ਗਿਆਨ ਦਾ ਤੇਜ ਆਪਣੀ ਜ਼ਿੰਦਗੀ 'ਚ ਰੱਖਦਿਆਂ ਵੀ ਚੰਦ ਵਾਂਗੂ ਠੰਡੇ ਕਿਵੇਂ ਰਹਿਣਾ, ਬਰਫ਼ ਵਰਗੇ ਠੰਡੇ ਕਿਵੇਂ ਰਹਿਣਾ, ਇਹ ਸਵਾਲ ਹੈ ਸਿੱਧਾਂ ਦਾ। ਔਰ ਇਸ ਤੋਂ ਅੱਗੇ ਉਹ ਆਪ ਫਿਰ ਪੁੱਛਦੇ ਨੇ, ਉਹ ਕਵਨ ਮੁਖ ਕਾਲ ਜੋਹਤ ਨਿਤ ਰਹੇ, ਭਈ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਜਿਹੜਾ ਕਾਲ ਹੈ, ਮੌਤ ਹੈ, ਜਿਹੜਾ ਹਮੇਸ਼ਾ ਤੁਹਾਨੂੰ ਤੱਕਦਾ ਰਹਿੰਦਾ ਹੈ, ਉਹ ਹਟ ਜਾਏ। ਹੁਣ ਜਿਹੜਾ ਮੌਤ ਦਾ ਸਮਾਂ ਉਹ ਤਾਂ ਨੀਅਤ ਹੈ, ਉਹਨੇ ਤਾਂ ਹਟਣਾ ਨਹੀਂ ਤੇ ਹਰ ਰੋਜ਼ ਉਹ ਦੇਖਦਾ ਵੀ ਨਹੀਂ। ਮਨੁੱਖ ਨੂੰ ਜਿਹੜਾ ਮੌਤ ਦਾ ਡਰ ਚੁੰਬੜਿਆ ਹੋਇਆ ਹੈ ਉਹ ਕਿਹੜੇ ਤਰੀਕੇ ਨਾਲ ਦੂਰ ਹੋਵੇ, ਕਿਉਂਕਿ ਮਨੁੱਖ ਡਰਦਾ ਰਹਿੰਦਾ ਨਾ, ਪਤਾ ਨਹੀਂ ਕਦੋਂ ਕਾਲ ਨੇ ਆ ਕੇ ਮੈਨੂੰ ਲੈ ਜਾਣਾ। ਕਵਨ ਬੁੱਧ ਗੁਰਮੁਖ ਪੱਤਰ ਹੈ, ਉਹ ਕਿਹੜੀ ਸਮਝ ਹੋਵੇ, ਕਿਹੜੀ ਬੁੱਧੀ ਹੋਵੇ ਜਿਹਦੇ ਨਾਲ ਗੁਰਮੁਖ ਬਣ ਕੇ ਇਸ ਸੰਸਾਰ ਤੇ ਆਇਆਂ ਦੀ ਜਿਹੜੀ ਇੱਜ਼ਤ ਹੈ ਉਹ ਬਣੀ ਰਵੇ। ਕਵਨ ਜੋਧ ਜੋ ਕਾਲ ਸੰਘਾਰੈ, ਉਹ ਕਿਹੜਾ ਯੋਧਾ ਹੈ, ਉਹ ਕਿਹੜਾ ਬਹਾਦਰ ਸੂਰਮਾ ਹੈ ਜਿਹੜਾ ਕਾਲ ਨੂੰ ਮਾਰ ਦੇਵੇ। ਹੁਣ ਕਾਲ ਹੈ ਜਿਹੜਾ, ਉਹਦਾ ਸੰਬੰਧ ਸਮੇਂ ਨਾਲ ਤੇ ਮੌਤ ਨਾਲ ਹੈ। ਨਾ ਸਮੇਂ ਨੂੰ ਮਾਰਿਆ ਜਾ ਸਕਦਾ ਹੈ, ਨਾ ਹੀ ਮੌਤ ਨੂੰ ਮਾਰਿਆ ਜਾ ਸਕਦਾ ਹੈ। ਇੱਥੇ ਮਤਲਬ ਹੈ ਕਾਲ ਦੇ ਡਰ ਨੂੰ ਖਤਮ ਕਰਦਾ ਹੈ, ਮੌਤ ਦੇ ਡਰ ਨੂੰ ਖਤਮ। ਅੱਜ ਧਾਰਮਿਕ ਸੰਸਾਰ ਦੇ ਵਿੱਚ ਨਾ ਡਾਕਟਰ ਸਾਹਿਬ, ਜਦੋਂ ਆਪਾਂ ਆਮ ਵੇਖਦੇ ਹਾਂ, ਖਾਸ ਕਰਕੇ ਅੱਜ ਜਦੋਂ ਹੁਣ ਕਰੋਨਾ ਵਾਇਰਸ ਦਾ ਕਹਿਰ ਸਾਰੀ ਦੁਨੀਆ ਦੇ ਉੱਤੇ ਪਸਰਿਆ ਹੋਇਆ, ਤੇ ਸਾਨੂੰ ਡਰ ਬੜਾ ਲੱਗਦਾ ਹੈ। ਪਰ ਗੁਰਮਤ ਸਾਨੂੰ ਉਸ ਡਰ ਤੋਂ ਦੂਰ ਕਰਦੀ ਹੈ। ਗੁਰਮਤ ਇਹ ਸਾਨੂੰ ਸਿੱਖਿਆ ਦਿੰਦੀ ਹੈ ਵੀ ਉਸ ਚੀਜ਼ ਤੋਂ ਕਾਹਦਾ ਡਰ ਜਿਹੜੀ ਆਖਰ ਇੱਕ ਦਿਨ ਆਉਣੀ ਹੈ। ਚਾਹੀਦਾ ਤਾਂ ਇਹ ਹੈ ਕਿ ਜਦੋਂ ਤੱਕ ਉਹ ਮੌਤ ਆ ਨਹੀਂ ਜਾਂਦੀ, ਉਦੋਂ ਤੱਕ ਜਿੰਨੀ ਜ਼ਿੰਦਗੀ ਮਿਲੀ ਹੈ ਉਹਨੂੰ ਸਫਲ ਕਿਵੇਂ ਕਰਨਾ, ਅਸੀਂ ਇਹਦੇ ਬਾਰੇ ਕੋਸ਼ਿਸ਼ ਕਰੀਏ, ਨਾ ਕਿ ਉਸ ਡਰ ਨੂੰ ਲੈ ਕੇ ਆਪਣੀ ਜ਼ਿੰਦਗੀ ਜਿਹੜੀ ਜਿਉਣ ਦੇ ਥਾਂ ਦੇ ਉੱਤੇ ਐਵੇਂ ਹੀ ਅਸੀਂ ਹੋਰ ਤਰ੍ਹਾਂ ਹੀ ਕਰਕੇ ਆਪਣਾ ਟਾਈਮ ਪਾਸ ਕਰਦੇ ਰਹੀਏ। ਇੱਥੇ ਸਿੱਧ ਸਵਾਲ ਕਰਦੇ ਨੇ ਕਿ ਉਹ ਕਿਹੜਾ ਯੋਧਾ ਹੈ, ਕਿਹੜਾ ਸੂਰਮਾ ਹੈ ਜਿਹੜਾ ਕਾਲ ਨੂੰ ਮਾਰ ਦੇਵੇ। ਸੰਘਾਰੇ ਦਾ ਮਤਲਬ ਹੀ ਮਾਰ ਦੇਵੇ ਹੁੰਦਾ, ਹਰਾ ਦੇਵੇ, ਖਤਮ ਕਰ ਦੇ। ਇੱਥੇ ਅਰਥ ਹੈ ਉਹ ਕਿਹੜਾ ਇਸ ਤਰੀਕੇ ਨਾਲ ਮਨ ਦੇ ਵਿੱਚ ਇੰਨੀ ਨਿਰਭੈਤਾ ਆ ਜਾਏ ਜਿਹਦੇ ਨਾਲ ਮੌਤ ਤੋਂ ਡਰ ਲੱਗਣਾ ਖਤਮ ਹੋ ਜਾਏ। ਬੋਲੇ ਬਾਣੀ ਨਾ, ਬੋਲੇ ਨਾ, ਬੋਲੇ ਬਾਣੀ ਨਾ, ਹਾਂਜੀ, ਬੋਲੇ ਬਾਣੀ ਨਾਨਕ ਵਿਚਾਰੇ। ਇਹ ਜਿਹੜੀ ਵਿਚਾਰ ਦੀ ਗੋਸ਼ਟ ਦੀ ਵਿਚਾਰ ਹੈ, ਇਹ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਇੱਥੇ ਕੀਤਾ ਹੈ ਕਿ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਇਹ ਸਵਾਲ ਕੀਤੇ ਭਈ ਗਿਆਨ ਦੇ ਤੇਜ ਦੇ ਵਿੱਚ ਸ਼ਾਂਤੀ ਕਿਵੇਂ ਬਣੀ ਰਹੇ, ਮੌਤ ਦਾ ਡਰ ਕਿਵੇਂ ਖਤਮ ਕੀਤਾ ਜਾ ਸਕੇ, ਕਿਵੇਂ ਗੁਰਮੁਖ ਬਣ ਕੇ ਇਸ ਸੰਸਾਰ ਦੇ ਵਿੱਚ ਇੱਜ਼ਤ ਨਾਲ ਜ਼ਿੰਦਗੀ ਜੀਵੀ ਜਾਏ, ਤੇ ਕਿਸ ਤਰੀਕੇ ਦੇ ਨਾਲ ਕਿਹੜਾ ਸੂਰਮਾ ਜਿਹੜਾ ਮੌਤ ਨੂੰ ਦੇ ਡਰ ਨੂੰ ਦੂਰ ਕਰ ਲੈਂਦਾ। ਇਹ ਸਵਾਲ ਨੇ। ਸੋ ਇਹ ਪੌੜੀ ਦੀਆਂ ਪਹਿਲਾਂ 2 ਪੰਕਤੀਆਂ ਦੀ ਤੁਸੀਂ ਵਿਆਖਿਆ ਕੀਤੀ ਹੈ। ਪਹਿਲੀ ਇਹ ਜਿਹੜੀ ਕਿ ਜੇ ਅਸੀਂ ਇਹ ਆਪਣਾ ਜੀਵਨ ਢਾਲ ਲਈਏ ਤੇ ਅੱਜ ਦੇ ਸਾਰੇ ਮਸਲੇ ਨੇ, ਕਿਉਂਕਿ ਅਸੀਂ ਨੁਕਤਾਚੀਨ ਬਹੁਤ ਬਣ ਗਏ ਨਾ,
ਇਹ ਸਾਰੇ ਮਸਲੇ ਹੱਲ ਹੋ ਸਕਦੇ ਕਿ ਜੇ ਸਾਨੂੰ ਇਹ ਗਿਆਨਵਾਨ ਹੋ ਗਏ ਆ, ਪਰ ਸਾਨੂੰ ਸ਼ਾਂਤੀ ਰੱਖਣੀ ਚਾਹੀਦੀ ਹੈ ਤੇ ਇਸ ਧਰਮ ਦੇ ਰਸਤੇ ਦੇ ਉੱਤੇ ਤੁਰੇ ਜਾਣਾ ਹੈ। ਪਤਾ ਨਹੀਂ, ਜਿਸ ਤਰ੍ਹਾਂ ਤੁਸੀਂ ਐਗਜ਼ਾਮਪਲ ਦਿੱਤੀ ਹੈ, ਪਤਾ ਨਹੀਂ ਕਦੋਂ ਸੱਜਣ ਠੱਗ ਨੇ ਸੱਜਣ ਸੰਤ ਬਣ ਜਾਣਾ ਹੈ। ਪਤਾ ਨਹੀਂ ਕਦੋਂ ਸ਼ਬਦ ਦੀ ਲੱਗਣੀ ਹੈ, ਪੂਰਾ ਗੁਰੂ ਮਿਲ ਜਾਣਾ ਹੈ। ਇਹ ਰੈਪੀਟੀਸ਼ਨ ਨਿਤਨੇਮ ਬਣਾਇਆ ਇਸੇ ਕਰਕੇ ਸਤਿਗੁਰੂ ਨੇ। ਸਿੱਖ ਦਾ ਨਿਤਨੇਮ ਸਵੇਰ ਦਾ, ਅੰਮ੍ਰਿਤ ਵੇਲੇ ਦਾ, ਸ਼ਾਮ ਦਾ, ਸੌਣ ਤੋਂ ਪਹਿਲਾਂ, ਇਹ ਨਿਤਨੇਮ ਇਸੇ ਕਰਕੇ ਤਕੀਦ ਕੀਤੀ ਹੈ ਕਿ ਪਤਾ ਨਹੀਂ ਕਿਸ ਵੇਲੇ ਸਤਿਗੁਰੂ ਨੇ ਬਖਸ਼ੇ ਕਰ ਦੇਣੀ ਹੈ। ਸੋ ਇਸ ਸਾਰੀ ਪੌੜੀ ਦੇ ਵਿੱਚ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਜੋਗੀ ਪੁੱਛਦੇ ਨੇ ਕਿ ਸੀਤਲ ਦਾ ਘਰ ਜਿਹੜਾ ਚੰਦਰਮਾ, ਉਹ ਗਿਆਨਵਾਨ ਹੁੰਦੇ ਆ, ਜੋ ਸੂਰਜ ਦਾ ਪ੍ਰਕਾਸ਼ ਹੁੰਦੇ ਆ, ਉਹ ਕਿਸ ਤਰ੍ਹਾਂ ਉਹਦੇ ਵਿੱਚ ਰਿਹਾ ਜਾ ਸਕਦਾ ਹੈ, ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਵੇ, ਭਾਵ ਕਿਵੇਂ ਹਰ ਵੇਲੇ ਜੋ ਮੌਤ ਦਾ ਸਹਿਮ ਮੁੱਕ ਜਾਵੇ। ਉਹ ਕਿਹੜੀ ਸਮਝ ਹੈ ਜਿਸ ਕਰਕੇ ਗੁਰਮੁਖ ਮਨੁੱਖ ਦੀ ਇੱਜ਼ਤ ਬਣੀ ਰਹਿੰਦੀ ਹੈ, ਅਤੇ ਉਹ ਕਿਹੜਾ ਸੂਰਮਾ ਹੈ ਜੋ ਮੌਤ ਦੇ ਭੈ ਨੂੰ ਮਾਰ ਲੈਂਦਾ ਹੈ। ਇਹ 47ਵੀਂ ਪੌੜੀ, ਬੋਲੇ ਨਾ ਬਾਣੀ ਨਾਨਕ ਵਿਚਾਰੇ। ਹਾਂਜੀ, ਇਸ ਤੋਂ ਇਹਦਾ ਜਿਹੜਾ ਜਵਾਬ ਹੈ, ਨਾਮ ਸ਼ਬਦ ਭਾਖ ਜੋਤ ਅਪਾਰਾ, ਸੱਸ ਕਰ ਸੂਰ ਬਸੇ ਮਿਟੇ ਅੰਧਿਆਰਾ, ਦੁੱਖ ਸੁਖ ਸਮ ਕਰ ਨਾਮ ਆਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੈ ਮਨ ਸਾਚ ਸਮਾਏ, ਪਣਵਤ ਨਾਨਕ ਕਾਲ ਨਾ ਖਾਏ। ਸ਼ਬਦ ਭਾਖਤ ਸੱਸ ਜੋਤ ਅਪਾਰਾ। ਸੱਸ ਦਾ ਅਰਥ ਇੱਥੇ ਚੰਦਰਮਾ ਹੈ, ਚੰਦ। ਭਈ ਗੁਰੂ ਦਾ ਸ਼ਬਦ ਉਚਾਰਦਿਆਂ ਉਹ ਜਿਹੜੀ ਚੰਦ ਦੀ ਜਿਹੜੀ ਠੰਡਕ ਹੈ, ਨਿਰਮਲਤਾ ਹੈ, ਉਹਦਾ ਪਸਾਰਾ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਰਾਹੀਂ। ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ। ਹੁਣ ਇੱਥੇ ਇਹ ਵਿਚਾਰਨਯੋਗ ਇਹ ਪੰਕਤੀ ਹੈ, ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ। ਚੰਦ ਦੇ ਘਰ ਦੇ ਵਿੱਚ ਸੂਰਜ ਪ੍ਰਗਟ ਹੋ ਜਾਂਦਾ ਜੀ, ਜਿਹਦੇ ਨਾਲ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ। ਹੁਣ ਇੱਥੇ ਇਹਨੂੰ ਆਪਾਂ ਥੋੜਾ ਜਿਹਾ ਉਲਟਾ ਕਰਕੇ ਵੇਖੀਏ ਕਿ ਜਿਹੜਾ ਸੂਰਜ ਦਾ ਗਿਆਨ ਦਾ ਪ੍ਰਕਾਸ਼ ਹੈ, ਉਹ ਹਮੇਸ਼ਾ ਪ੍ਰਗਟ ਹੀ ਚੰਦ ਦੇ ਘਰ ਦੇ ਵਿੱਚ ਹੁੰਦਾ ਹੈ। ਚੰਦ ਤੋਂ ਭਾਵ ਨਿਮਰਤਾ। ਸੱਚ ਦਾ ਗਿਆਨ ਉਸੇ ਹਿਰਦੇ ਦੇ ਵਿੱਚ ਹੀ ਪ੍ਰਗਟ ਹੁੰਦਾ ਹੈ ਜਿਹਦੇ ਹਿਰਦੇ ਦੇ ਵਿੱਚ ਨਿਮਰਤਾ। ਹਾਂਜੀ, ਜਿਹਦੇ ਹਿਰਦੇ ਦੇ ਵਿੱਚ ਨਿਮਰਤਾ ਹੈ। ਅਦਰਵਾਈਜ਼ ਉਹ ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਜਿਹੜਾ ਗਿਆਨ ਹੈ, ਉਹ ਜਿਹੜਾ ਹੰਕਾਰੀ ਮਨੁੱਖ ਹੈ, ਉਸ ਦੇ ਹਿਰਦੇ ਦੇ ਵਿੱਚ ਤਾਂ ਪ੍ਰਗਟ ਹੀ ਨਹੀਂ ਹੁੰਦਾ। ਇਹ ਪ੍ਰਗਟ ਹੀ ਉਹਦੇ ਹਿਰਦੇ ਵਿੱਚ ਹੁੰਦਾ ਹੈ ਜਿਹਦੇ ਹਿਰਦੇ ਦੇ ਵਿੱਚ ਸ਼ਾਂਤੀ ਹੈ, ਸਹਿਜ ਹੈ, ਟਿਕਾਊ ਹੈ, ਚੰਦਰਮਾ ਦੀ ਤਰ੍ਹਾਂ, ਬਰਫ਼ ਦੇ ਘਰ ਦੀ ਤਰ੍ਹਾਂ ਉਹਦੇ ਵਿੱਚ ਸ਼ਾਂਤੀ ਹੈ। ਉਹਦੇ ਵਿੱਚ ਹੀ ਉਹ ਗਿਆਨ ਜਿਹੜਾ ਉਹ ਪ੍ਰਗਟ ਹੁੰਦਾ ਹੈ। ਸੁੱਖ ਦੁੱਖ ਸਮ ਕਰ ਨਾਮ ਆਧਾਰਾ। ਸੁੱਖ ਤੇ ਦੁੱਖ ਨੂੰ ਬਰਾਬਰ ਕਰ ਸਮਝਣ ਵਾਸਤੇ ਵਾਹਿਗੁਰੂ ਦੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ ਜੀ। ਇਹ ਭਾਈ ਸਾਹਿਬ ਨੇ ਜੋ ਵਿਆਖਿਆ ਕਰ ਰਹੇ ਨੇ, ਦੱਸ ਰਹੇ ਨੇ ਕਿ ਸਭ ਤੋਂ ਪਹਿਲਾਂ ਨਿਮਰਤਾ, ਜੇ ਨਿਮਰਤਾ ਆਵੇਗੀ ਤਾਂ ਉਸ ਘਰ ਦੇ ਵਿੱਚ, ਉਸ ਸਿਰ ਦੇ ਵਿੱਚ ਗਿਆਨ ਆਵੇਗਾ। ਜੇ ਪਹਿਲੇ ਹੰਕਾਰ ਨਾਲ ਭਰਿਆ ਹੋਇਆ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ, ਮੇਰੇ ਵਰਗਾ ਕੋਈ ਬਲਵਾਨ ਨਹੀਂ, ਮੇਰੇ ਵਰਗਾ ਕੋਈ ਗਿਆਨਵਾਨ ਹੀ ਨਹੀਂ, ਤਾਂ ਫਿਰ ਉੱਥੇ ਕੀ ਹੋਣਾ ਹੈ? ਕਿਉਂਕਿ ਸਾਨੂੰ ਹੰਕਾਰ ਦੇ ਘੋੜੇ ਚੜੇ ਹੋਏ ਆ ਅਸੀਂ। ਹਾਂਜੀ, ਸੁੱਖ ਦੁੱਖ ਨਾਮ ਆਧਾਰਾ। ਭਈ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਦੇ ਨਾਲ ਦੁੱਖ ਤੇ ਸੁੱਖ ਸਾਡੇ ਵਾਸਤੇ ਬਰਾਬਰ ਹੋ ਜਾਂਦੇ ਨੇ। ਇਹ ਨਹੀਂ ਕਿ ਗੁਰਮੁਖ ਦੇ ਜੀਵਨ ਦੇ ਵਿੱਚ ਦੁੱਖ ਨਹੀਂ ਹੁੰਦਾ, ਪਰ ਉਸ ਦੁੱਖ ਨੂੰ ਵੀ ਉਹ ਵਾਹਿਗੁਰੂ ਦਾ ਭਾਣਾ ਸਮਝ ਕੇ, ਉਹਦੀ ਰਜ਼ਾ ਸਮਝ ਕੇ ਬਰਾਬਰੀ ਰੱਖਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਹੁਤ ਖੂਬਸੂਰਤ ਸ਼ਬਦ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੈ। ਉਹ ਮਤਲਬ ਬ੍ਰਹਮ ਗਿਆਨੀ ਜਾਂ ਗੁਰਮੁਖ ਕਿਹੋ ਜਿਹਾ ਹੁੰਦਾ, ਉਹਦੀ ਪਰਿਭਾਸ਼ਾ ਇਸ ਪੂਰੇ ਸ਼ਬਦ ਵਿੱਚ ਹੈ। ਭਈ ਉਹ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਹੀ ਜਾਣਦਾ ਹੈ।
ਇਹ ਨਹੀਂ ਕਿ ਜੇ ਥੋੜਾ ਜਿਹਾ ਦੁੱਖ ਆ ਗਿਆ ਤੇ ਢੇਰੀ ਢਾਹ ਦਿੰਦਾ ਹੈ। ਜੇ ਕੋਈ ਥੋੜਾ ਜਿਹਾ ਸੁੱਖ ਮਿਲ ਗਿਆ ਤੇ ਛਾਲਾਂ ਮਾਰ ਕੇ ਰੱਬ ਨੂੰ ਭੁਲਾ ਦਿੰਦਾ, ਲੋਕਾਂ ਨੂੰ ਤੰਗ ਕਰਦਾ ਹੈ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੇ ਹੈ, ਉਹਨਾਂ ਵਾਸਤੇ ਦੁੱਖ ਤੇ ਸੁੱਖ ਬਰਾਬਰ ਹੀ ਹੁੰਦੇ ਹੈ। ਆਪੇ ਪਾਰ ਜੀ। ਉਤਾਰਨ ਹਾਰਾ, ਆਪ ਹੀ ਉਸ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਦੁੱਤਰ ਸਾਗਰ ਤੋਂ ਆਪ ਵੀ ਉਹ ਪਾਰ ਲੰਘਦਾ ਹੈ ਤੇ ਆਪਣੇ ਆਸ-ਪਾਸ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਪਾਰ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਹੈ। ਆਪੇ ਜੀ। ਪਾਰ ਉਤਾਰਨ ਹਾਰਾ, ਆਪ ਵੀ ਉਹ ਪਾਰ ਹੋ ਜਾਂਦਾ ਹੈ ਤੇ ਦੂਸਰਿਆਂ ਨੂੰ ਵੀ ਉਤਾਰਨ ਹਾਰ ਬਣਾ ਦਿੰਦਾ ਹੈ। ਗੁਰ ਪਰਚੈ ਮਨ ਸਾਚ ਸਮਾਏ, ਗੁਰ ਪਰਚੈ, ਗੁਰੂ ਦੇ ਨਾਲ ਸਾਂਝ ਪੈਦਾ ਕੀਤੀ, ਪਰਚੈ, ਗੁਰੂ ਦੇ ਸ਼ਬਦ ਦੇ ਨਾਲ ਸਾਂਝ ਪੈਦਾ ਕੀਤਿਆਂ ਮਨ ਸਾਚ ਸਮਾਏ। ਇਹ ਜਿਹੜਾ ਸਾਡਾ ਮਨ ਆ ਉਹ ਵਾਹਿਗੁਰੂ ਪਰਮਾਤਮਾ ਦੇ ਵਿੱਚ ਲੀਨ ਹੋਇਆ ਰਹਿੰਦਾ ਹੈ, ਉਹਦੇ ਵਿੱਚ ਸਮਾਇਆ ਰਹਿੰਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿੰਘ ਵਾਲੀ ਜਿਹੜੀ ਅਵਸਥਾ ਹੈ ਉਹ ਬਣੀ ਰਹਿੰਦੀ ਹੈ। ਕਦੋਂ? ਜਦੋਂ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਦੇ ਵਿੱਚ ਪਰਚਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਰਾਹੀਂ ਇਹ ਸਾਰਾ ਕੁਝ ਹੁੰਦਾ ਹੈ। ਜਦੋਂ ਫਿਰ ਉਹ ਸਾਂਝ ਪੈਦਾ ਹੁੰਦੀ ਗੁਰੂ ਦੇ ਸ਼ਬਦ ਨਾਲ, ਫਿਰ ਉਹ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ। ਪਣਵਤ ਨਾਨਕ ਕਾਲ ਨਾ ਖਾਏ, ਨਾਨਕ ਬੇਨਤੀ ਕਰਦਾ ਹੈ, ਫਿਰ ਉਸ ਮਨੁੱਖ ਨੂੰ ਮੌਤ ਦਾ ਜਿਹੜਾ ਡਰ ਆ ਉਹ ਨਹੀਂ ਰਹਿੰਦਾ। ਕਾਲ ਨਾ ਖਾਏ ਦੇ ਲਫ਼ਜ਼ ਦਾ ਅਰਥ ਇਹ ਹੈ ਕਿ ਕਾਲ ਉਹਨੂੰ ਖਾਂਦਾ ਨਹੀਂ। ਜੇ ਕਾਲ ਦਾ ਅਰਥ ਅਸੀਂ ਮੌਤ ਕਰੀਏ ਤੇ ਮੌਤ ਤਾਂ ਭਾਈ ਹਰ ਕਿਸੇ ਨੂੰ ਆਉਣੀ ਹੈ, ਪਰ ਜਿਹੜਾ ਮੌਤ ਦਾ ਡਰ ਆ, ਜਿਹੜਾ ਬੰਦਾ ਡਰ ਕੇ ਮਤਲਬ ਮਰ ਕੇ ਜਿੰਦਾ ਜਿਹੜਾ, ਉਹ ਫਿਰ ਡਰ ਖਤਮ ਹੋ ਜਾਂਦਾ ਹੈ। ਜਿਹੜਾ ਉਹਨਾਂ ਦਾ ਸੀ ਨਾ ਕਵਨ ਜੋਧ ਜੋ ਕਾਲ ਸੰਘਾਰੇ, ਸਿੱਧਾ ਦਾ ਸਵਾਲ ਸੀ ਕਿ ਉਹ ਕਿਹੜਾ ਸੂਰਮਾ ਹੈ, ਕਿਹੜਾ ਯੋਧਾ ਹੈ ਜਿਹੜਾ ਕਾਲ ਨੂੰ ਨਾਸ਼ ਕਰਦਾ ਹੈ, ਕਾਲ ਨੂੰ ਮਾਰਦਾ ਹੈ। ਇੱਥੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਹੈ, ਪਣਵਤ ਨਾਨਕ ਕਾਲ ਨਾ ਖਾਏ, ਨਾਨਕ ਬੇਨਤੀ ਕਰਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਹ ਸੱਚੇ ਵਾਹਿਗੁਰੂ ਪਰਮਾਤਮਾ ਦੇ ਵਿੱਚ ਹਮੇਸ਼ਾ ਲੀਨ ਹੋਇਆ ਰਹਿੰਦਾ ਹੈ, ਉਹਦੇ ਵਿੱਚ ਸਮਾਇਆ ਰਹਿੰਦਾ ਹੈ। ਫਿਰ ਐਸੇ ਮਨੁੱਖ ਨੂੰ ਕਾਲ ਜਿਹੜਾ ਹੈ ਉਹ ਨਹੀਂ ਖਾਂਦਾ, ਉਹਨੂੰ ਮੌਤ ਦਾ ਡਰ ਜਿਹੜਾ ਹੈ ਉਹ ਤੰਗ ਨਹੀਂ ਕਰਦਾ। ਹਾਂਜੀ। ਸੋ ਇਸ ਪੌੜੀ ਦੇ ਵਿੱਚ ਦੁਬਾਰਾ ਫਿਰ ਸਤਿਗੁਰੂ ਜੋ ਪਿਛਲੀ ਪੌੜੀ ਵਿੱਚ ਉਹੀ ਉਹ ਦਿੰਦੇ ਦੁਬਾਰਾ ਦਿੰਦੇ ਨੇ ਕਿ ਸ਼ਾਂਤ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ, ਜਿਹਦੇ ਵਿੱਚ ਨਿਮਰਤਾ ਹੋਵੇ ਅਤੇ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਗੁਰੂ ਸ਼ਬਦ ਦੀ ਬਰਕਤ ਨਾਲ ਜਦੋਂ ਗੁਰਮੁਖ ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਜਾਣ ਕੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ, ਭਾਵ ਜਦੋਂ ਨਾ ਸੁੱਖ ਵਿੱਚ ਤੇ ਨਾ ਦੁੱਖ ਵੇਲੇ ਪ੍ਰਭੂ ਨੂੰ ਭੁਲਾਵੇ, ਦੁੱਖ ਅਤੇ ਸੁੱਖ ਵੇਲੇ ਪ੍ਰਭੂ ਨੂੰ ਚੇਤੇ ਰੱਖੇ, ਸੁੱਖ ਦੁੱਖ ਦੋਨੋਂ ਸਮ ਕਰ ਜਾਂਦੇ ਤੇ ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ ਇਹ ਦੁੱਤਰ ਸਾਗਰ ਤੋਂ ਪਾ ਲਿਆ, ਜਿਹੜਾ ਕਿ ਸਿੱਧਾ ਦਾ ਬਾਰ-ਬਾਰ ਕੁਐਸਚਨ ਹੈ ਕਿ ਇਹ ਸੰਸਾਰ ਦੁੱਤਰ ਸਾਗਰ ਹੈ, ਕਿਸ ਤਰ੍ਹਾਂ ਲੰਘਿਆ ਜਾ ਸਕਦਾ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆ ਮਨ ਸੱਚੇ ਪ੍ਰਭੂ ਨਾਲ ਲੀਨ ਰਹਿੰਦਾ ਹੈ ਤੇ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ, ਭਾਵ ਕਾਲ ਦਾ ਡਰ ਨਹੀਂ ਵਿਆਪਦਾ। ਇਹ 19ਵੀਂ ਪੌੜੀ। ਹਾਂਜੀ। ਤੇ ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਖ ਕਾਲ ਸੰਤਾਪੈ, ਤਤੋ ਤਤ ਮਿਲੇ ਮਨ ਮਾਨੈ, ਦੂਜਾ ਜਾਏ ਇਕਤ ਕਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਸ਼ਚਲ ਮਿਲਨ ਸਹਿਜੈ। ਨਾਮ ਤਤ ਸਭ ਹੀ ਸਿਰ ਜਾਪੈ। ਜਾਪੇ ਦਾ ਅਰਥ ਹੈ ਜਾਪ, ਜਿਹਨੂੰ ਅਸੀਂ ਯਾਦ ਕਰਦੇ ਹਾਂ, ਜਪਦੇ ਹਾਂ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੀ ਨਾਮ ਦੀ, ਪ੍ਰਭੂ ਦੇ ਨਾਮ ਦੀ ਜਿਹੜੀ ਅਸਲੀਅਤ ਹੈ ਉਹ ਸਾਰੇ ਜਾਪਾਂ ਤੋਂ ਸ੍ਰੇਸ਼ਟ ਹੈ। ਜੀ। ਜਾਪ ਜਿਹੜਾ ਹੈ ਅਸੀਂ ਸਿਰਫ ਵਾਹਿਗੁਰੂ ਦੇ ਨਾਮ ਦਾ ਹੀ ਨਹੀਂ ਕਰਦੇ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਸਾਰੇ ਐਸੇ ਸ਼ਬਦ ਨੇ ਜਿਹਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਹੋਈ ਹੈ ਕਿ ਜਿਹੜਾ ਲਾਲਚੀ ਹੈ ਉਹ ਮਾਇਆ ਦਾ ਜਾਪ ਕਰਦਾ ਰਹਿੰਦਾ ਹੈ, ਜਿਹੜਾ ਕਾਮੀ ਆ ਉਹ ਪਰਾਏ ਰੂਪ ਦਾ ਜਾਪ ਕਰਦਾ ਰਹਿੰਦਾ ਹੈ। ਵੱਖ-ਵੱਖ ਬਿਰਤੀਆਂ ਦੇ ਮੁਤਾਬਕ ਉਹ ਆਪਣੀਆਂ ਬਿਰਤੀਆਂ ਦੇ ਮੁਤਾਬਕ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਭਈ ਨਾਮ ਦੀ ਜਿਹੜੀ ਅਸਲੀਅਤ ਹੈ, ਸਭ ਤੋਂ ਉੱਚਾ ਨਾਮ ਦੀ, ਵਾਹਿਗੁਰੂ ਦੇ ਨਾਮ ਦੀ ਅਸਲੀਅਤ ਹੀ ਇਹ ਹੈ ਕਿ ਉਹ ਦੁਨੀਆ ਦੇ ਸਾਰੇ ਜਾਪਾਂ ਤੋਂ ਸ੍ਰੇਸ਼ਟ ਹੈ, ਉੱਪਰ ਹੈ। ਬਿਨ ਨਾਵੈ
ਦੁੱਖ ਕਾਲ ਸੰਤਾਪੈ। ਜੇ ਮਨੁੱਖ ਵਾਹਿਗੁਰੂ ਦੇ ਨਾਮ ਦੇ ਨਾਲ ਨਹੀਂ ਨਾ ਜੁੜਿਆ, ਫਿਰ ਉਹਨੂੰ ਦੁੱਖ ਵੀ ਆਉਂਦੇ ਹੂੰ ਹੈ, ਕਾਲ ਮੌਤ ਵੀ ਆਉਂਦੀ ਹੈ, ਤੇ ਉਹ ਫਿਰ ਇਹ ਜਿਹੜੇ ਡਰ ਆ ਉਹਨੂੰ ਦੁਖੀ ਕਰਦੇ ਰਹਿੰਦੇ ਆ। ਹੂੰ ਮਸਲਾ ਮੌਤ ਤੋਂ ਬਚਣ ਦਾ ਨਹੀਂ, ਮਸਲਾ ਮੌਤ ਦੇ ਡਰ ਤੋਂ ਬਚਣ ਦਾ ਹੈ। ਉਹ ਫਿਰ ਜੀ ਜਿਹੜੇ ਨਹੀਂ ਨਾਮ ਨਾਲ ਜੁੜੇ ਹੋਏ ਉਹ ਇਹਦੇ ਵਿੱਚ ਫਸੇ ਰਹਿੰਦੇ ਆ। ਤਤੋ ਤਤ ਮਿਲੈ ਮਨ ਆਨੈ, ਤਤੋ ਤਤ ਮਿਲੈ ਮਨ ਮਾਨੈ। ਜਦੋਂ ਤਤੋ ਤਤ, ਦੁਨੀਆ ਦੇ ਤੱਤਾਂ ਦਾ ਤੱਤ ਜਿਹੜਾ ਹੈ, ਸਭ ਤੋਂ ਵੱਡੀ ਜਿਹੜੀ ਅਸਲੀਅਤ ਹੈ ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ। ਤੇ ਜੇ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਮਨੁੱਖ ਜੁੜ ਜਾਏ, ਫਿਰ ਮਨ ਮਾਨੈ, ਫਿਰ ਮਨ ਪਤੀਜ ਜਾਂਦਾ ਹੈ, ਫਿਰ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਮਨ ਦੇ ਵਿੱਚ ਠਹਿਰਾਓ ਆ ਜਾਂਦਾ ਵਾਹਿਗੁਰੂ ਦੇ ਨਾਮ ਰਾਹੀਂ। ਫਿਰ ਉਹਦੇ ਮਨ ਦੇ ਵਿੱਚ ਹੂੰ ਭਟਕਣਾਵਾਂ ਜਿਹੜੀਆਂ ਉਹ ਖਤਮ ਹੋ ਜਾਂਦੀਆਂ। ਪਰ ਦੂਜਾ ਜਾਏ ਇਕਤ ਘਰ ਆਨੈ। ਪਰ ਉਸ ਅਵਸਥਾ ਵਿੱਚ ਜਿਹੜੀ ਦਵੈਖ ਵਾਲੀ ਬਿਰਤੀ ਹੈ, ਦੂਜੇਪਣ ਦੀ ਬਿਰਤੀ ਹੈ, ਵਾਹਿਗੁਰੂ ਦੇ ਪਰਮਾਤਮਾ ਦੇ ਨਾਮ ਤੋਂ ਬਗੈਰਾ ਕਿਸੇ ਹੋਰ ਆਸਰੇ ਵਾਲੀ ਜਿਹੜੀ ਬਿਰਤੀ ਹੈ ਉਹ ਖਤਮ ਹੋ ਜਾਂਦੀ ਹੈ। ਤੇ ਫਿਰ ਉਹ ਸਿਰਫ ਇੱਕ ਵਾਹਿਗੁਰੂ ਪਰਮਾਤਮਾ ਹੀ ਉਹਦੇ ਹਿਰਦੇ ਦੇ ਵਿੱਚ ਜਿਹੜਾ ਤੱਤ ਰੂਪ ਦੇ ਵਿੱਚ ਆ ਕੇ ਬਸ ਜਾਂਦਾ ਹੈ। ਬੋਲੇ ਪਵਣਾ ਗਗਨ ਗਰਜੈ, ਨਾਨਕ ਨਿਹਚਲ ਮਿਲਨ ਸਹਿਜੇ। ਬੋਲੇ ਪਵਨਾ, ਪਵਨਾ ਪ੍ਰਾਣ, ਜਿਹੜਾ ਪਿਛਲੇ ਹਫਤੇ ਪਵਨ ਆਰੰਭ ਦੀ ਗੱਲ ਕੀਤੀ ਸੀ ਨਾ, ਵੀ ਸਾਡੀ ਜਿਹੜੀ ਜ਼ਿੰਦਗੀ ਦੇ ਸਵਾਸ ਹੈ ਉਹ ਉਹਨਾਂ ਦੀ ਗੱਲ। ਬੋਲੇ ਪਵਨਾ ਦਾ ਮਤਲਬ ਹੈ ਕਿ ਉਹ ਜਿਹੜੀ ਰੱਬੀ ਪ੍ਰਾਣ ਨੇ ਜਿਹੜੇ ਸਾਡੇ, ਉਹ ਜਿਹੜੀ ਵਾਹਿਗੁਰੂ ਪਰਮਾਤਮਾ ਦੇ ਰੱਬੀ ਜੀਵਨ ਦੀ ਰੌ ਹੈ ਉਹਦੇ ਵਿੱਚ ਚਲੇ ਜਾਂਦੀ ਹੈ। ਫਿਰ ਗਗਨ ਗਰਜੈ, ਗਗਨ ਹੈ ਦਸਮ ਦੁਆਰ। ਜੋਗੀ ਸਿੱਧ ਜਿਹੜੇ ਨੇ ਉਹਨਾਂ ਦਾ ਜ਼ੋਰ ਇਸੇ ਗੱਲ ਤੇ ਲੱਗਾ ਹੈ ਕਿ ਉਹਨਾਂ ਨੇ ਈੜਾ ਪੀੜਾ ਤੇ ਸੁਖਮਨਾ ਨਾੜੀਆਂ ਦੀ ਸਾਧਨਾ ਕਰਕੇ ਆਪਣੇ ਸਵਾਸ ਜੀ ਦਸਮ ਦੁਆਰ ਚ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਸਾਡੇ ਪ੍ਰਾਣ ਉਸ ਵਾਹਿਗੁਰੂ ਦੀ ਰੌ ਦੇ ਵਿੱਚ ਰਚ ਜਾਂਦੇ ਹੈ, ਫਿਰ ਸਾਡਾ ਜਿਹੜਾ ਦਸਮ ਦੁਆਰ ਹੈ ਉਹ ਬਲਵਾਨ ਹੋ ਜਾਂਦਾ ਹੈ। ਹੁਣ ਇਹਨੂੰ ਦਸਮ ਦੁਆਰ ਨੂੰ ਸਮਝਾਉਣ ਵਾਸਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਹ ਵਿਸ਼ਾ ਹੈ, ਜੋ ਕਿ ਜੀ ਇਹਨੂੰ ਦਸਮ ਦੁਆਰ ਆਖਦੇ ਨੇ। ਹੂੰ ਤੀਸਰਾ ਧਾਰਮਿਕ ਸੰਸਾਰ ਜਿਹੜਾ ਹੈ ਉਹ ਸਾਡੇ ਮਨ ਦੇ ਅੰਦਰ ਬੈਠਾ ਜਿਹੜਾ ਅਨਕੌਂਸ਼ੀਅਸ ਮਾਈਂਡ ਹੈ, ਅਚੇਤ ਮਨ ਹੈ ਜਿਹੜਾ, ਹੂੰ ਉਹਨੂੰ ਜਗਾਉਣ ਦੀ ਜੀ ਗੱਲ ਕਰਦੇ। ਜਦੋਂ ਧਿਆਨ ਦੀ ਗੱਲ ਆਪਾਂ ਕਰਦੇ ਹਾਂ, ਸੁਰਤ ਧੁਨ ਦੀ ਕਰਦੇ ਹਾਂ, ਬਿਰਤੀ ਜੋੜਨ ਦੀ ਗੱਲ ਕਰਦੇ ਹਾਂ, ਉਹ ਵੀ ਇਹੀ ਹੈ ਕਿ ਅਸੀਂ ਆਪਣੇ ਜਿਹੜਾ ਸੁਚੇਤ ਮਨ ਦੀਆਂ ਜਿਹੜੇ ਫੁਰਨੇ ਹੈ ਉਹਨਾਂ ਨੂੰ ਕੰਟਰੋਲ ਕਰਕੇ ਆਪਣੇ ਆਪ ਨੂੰ ਉਸ ਅਨਕੌਂਸ਼ੀਅਸ ਮਾਈਂਡ ਦੇ ਨਾਲ ਨੇੜੇ ਕਿਵੇਂ ਕਰਨਾ ਹੈ। ਇੱਥੇ ਜੋਗੀ ਉਹਨੂੰ ਦਸਮ ਦੁਆਰ ਦਾ ਨਾਂ ਦਿੰਦੇ ਨੇ। ਜੋਗੀ ਕਹਿੰਦੇ ਨੇ ਕਿ ਆਪਣੀਆਂ ਨਾਸਾਂ ਦੀਆਂ ਦੋਨੋਂ ਨਾੜੀਆਂ ਦੇ ਰਾਹੀਂ, ਜਿਹੜੀ ਸੁਖਮਨਾ ਨਾੜੀ ਇੱਥੇ ਹੈ, ਇਹਦੇ ਰਾਹੀਂ ਅਸੀਂ ਆਪਣੇ ਸਵਾਸ ਦਸਮ ਦੁਆਰ ਦੇ ਵਿੱਚ ਚਾੜਦੇ ਹਾਂ, ਯੋਗ ਆਸਣ ਕਰ ਕਰਕੇ। ਤੇ ਮਰਨ ਤੋਂ ਬਾਅਦ ਵੀ ਜਿਹੜੇ ਸਾਡੇ ਸਵਾਸ ਨੇ ਉਹ ਦਸਮ ਦੁਆਰ ਚਲੇ ਜਾਂਦੇ ਨੇ, ਜਿੱਥੇ ਰੱਬ ਦੇ ਕੋਲ ਜਾ ਕੇ ਤੇ ਉਹਨਾਂ ਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦੀ ਮਨ ਦੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਦਸਮ ਦੁਆਰ ਉਦੋਂ ਹੀ ਮਜ਼ਬੂਤ ਹੁੰਦਾ ਹੈ ਜਦੋਂ ਸਾਡੇ ਜ਼ਿੰਦਗੀ ਜੀਉਣ ਦੀ ਜਿਹੜੀ ਰੌ ਹੈ, ਲੈ ਹੈ ਜਿਹੜੀ, ਉਹ ਵਾਹਿਗੁਰੂ ਪਰਮਾਤਮਾ ਵਾਲੀ ਬਣ ਜਾਂਦੀ ਆ। ਤਾਂ ਨਾਨਕ ਨਿਹਚਲ ਮਿਲਣ ਸਹਿਜ, ਇਹ ਨਾਨਕ ਨਿਹਚਲ, ਉਹ ਹਸਤੀ ਜਿਹੜੀ ਕਦੇ ਡੋਲਦੀ ਨਹੀਂ, ਜਿਹੜੀ ਚੱਲਦੀ ਨਹੀਂ, ਜਿਹੜੀ ਅੱਗੇ ਪਿੱਛੇ ਨਹੀਂ ਜਾਂਦੀ। ਨਿਹਚਲ ਦਾ ਅਰਥ ਹੈ ਵਾਹਿਗੁਰੂ ਪਰਮਾਤਮਾ। ਤੇ ਇੱਥੇ ਸਹਿਜ ਅਵਸਥਾ ਵਿੱਚ ਹੀ, ਆਰਾਮ ਨਾਲ ਹੀ, ਇਸ ਅਵਸਥਾ 'ਚ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਜਿਹੜਾ ਸਾਡਾ ਮਿਲਾਪ ਹੈ ਉਹ ਹੋ ਜਾਂਦਾ ਹੈ। ਉਦੋਂ ਹੁੰਦਾ ਹੈ ਜਦੋਂ ਅਸੀਂ ਤੱਤਾਂ ਦਾ ਤੱਤ, ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਹਦੇ ਨਾਲ ਸਾਂਝ ਪੈਦਾ ਕਰ ਲੈਂਦੇ ਹਾਂ, ਉਹਦੇ ਨੇੜੇ ਦੇ ਰਹਿ ਕੇ ਆਪਣੀ ਜ਼ਿੰਦਗੀ ਜਿਉਣ ਲੱਗ ਪੈਂਦੇ ਹਾਂ। ਫਿਰ ਸਾਡੇ ਅੰਦਰੋਂ ਨਾਮ ਤੋਂ ਬਗੈਰ ਹੋਰ ਕੋਈ ਵੀ ਜਿਹੜਾ ਆਸਰਾ ਹੈ ਉਹਨੂੰ ਅਸੀਂ ਖਤਮ ਕਰ ਦਿੰਦੇ ਹਾਂ ਤੇ ਇਕਤ ਘਰ ਆਨੇ। ਸਾਡਾ ਹਿਰਦਾ ਜਿਹੜਾ ਉਹ ਬਿਲਕੁਲ ਇੱਕ ਵਾਹਿਗੁਰੂ ਪਰਮਾਤਮਾ ਨੂੰ ਹੀ ਇੱਕ ਆਪਣਾ ਮੰਨ ਲੈਂਦਾ ਹੈ, ਉਹਦਾ ਹੀ ਚੇਤੇ ਰੱਖਦਾ, ਉਹਦਾ ਹੀ ਜਾਪ ਕਰਦਾ ਹੈ, ਉਹਦਾ ਹੀ ਸਿਮਰਨ ਕਰਦਾ ਹੈ।
ਫਿਰ ਉੱਥੇ ਦੁੱਖ ਸੁੱਖ ਵੀ ਖਤਮ ਹੋ ਜਾਂਦੇ ਹੈ, ਮੌਤ ਦਾ ਡਰ ਵੀ ਦੂਰ ਹੋ ਜਾਂਦਾ ਹੈ। ਫਿਰ ਉੱਥੇ ਆ ਕੇ ਦਸੋਂ ਦੁਆਰ ਵੀ ਤਕੜਾ ਹੋ ਜਾਂਦਾ ਹੈ। ਫਿਰ ਆਰਾਮ ਨਾਲ ਹੀ ਇਸ ਅਵਸਥਾ ਵਿੱਚ ਸਹਿਜ ਵਿੱਚ ਹੀ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਮਿਲਾਪ ਜੀਵ ਦਾ ਹੋ ਜਾਂਦਾ ਹੈ। ਹਾਂਜੀ। ਇਹਦੇ ਵਿੱਚ ਭਾਸ਼ਾ ਦੀ ਪਹਿਲੀਆਂ ਪੰਕਤੀਆਂ ਵਿੱਚ ਜੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਪ੍ਰਭੂ ਦੇ ਨਾਮ ਦੀ ਸੱਚਾਈ ਸਾਰੇ ਜਾਪਾਂ ਦਾ ਸ਼੍ਰੋਮਣੀ ਜਾਪ ਹੈ। ਜਾਪ ਦੀ ਗੱਲ ਕਰ ਰਹੇ ਨੇ ਅਤੇ ਜਦ ਤੱਕ ਹਿਰਦੇ ਵਿੱਚ ਨਾਮ ਸਹੀ ਨਹੀਂ ਹੁੰਦਾ ਤਦ ਤੱਕ ਇਹ ਦੁੱਖ ਸੁੱਖ ਸਾਰਾ ਸਤਾਉਂਦਾ ਹੈ। ਹਾਂਜੀ, ਤੁਸੀਂ ਗੱਲ ਕੀਤੀ, ਸਿੱਧਾ ਹੀ ਦੱਸੀ ਇਹ 10ਵੇਂ ਦੁਆਰ ਦੀ। ਤੇ ਆਪਣੇ ਸਿੱਖ ਧਰਮ ਦੇ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਕਿੱਦਾਂ ਦੱਬਣਾ ਹੈ, ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਵਿਸਥਾਰ ਤੁਸੀਂ ਹੋਰ ਕਰਨਾ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਜੀ, ਆਪਾਂ ਨਿਰਗੁਣ ਸਰਗੁਣ ਦੀ ਗੱਲ ਅੱਗੇ ਕੀਤੀ ਹੈ, ਜਪਜੀ ਸਾਹਿਬ ਦਾ ਜਦੋਂ ਕੀਤਾ ਉਦੋਂ ਵੀ, ਤੇ ਹੁਣ ਵੀ ਦੁਬਾਰਾ ਥੋੜੀ ਹੋਣੀ ਚਾਹੀਦੀ ਹੈ ਕਿ ਸਰਗੁਣ ਤਾਂ ਸਭ ਕੁਝ ਦੇਖਦੇ ਅਸੀਂ ਗੱਲ ਹੈ, ਉਹ ਨਿਰਗੁਣ ਦੀ ਪ੍ਰਾਪਤੀ, ਕੀ ਉਹ ਨਿਰਗੁਣ ਕਿਸੇ ਹੋਰ 10ਵੇਂ ਪਤਾਲ ਦੇ ਵਿੱਚ, ਆਕਾਸ਼ ਦੇ ਵਿੱਚ ਕਿਤੇ ਹੋਰ ਬੈਠਾ ਹੈ, ਜਾਂ ਜੋਗੀਆਂ ਦੇ ਦੱਸੇ ਅਨੁਸਾਰ ਉਹ 10ਵੇਂ ਦੁਆਰ ਵਿੱਚ ਬੈਠਾ ਹੈ? ਉਹਦੀ ਪ੍ਰਾਪਤੀ ਕਿੱਦਾਂ ਕਰਨੀ ਹੈ? ਸਾਹਿਬ ਸੱਚੇ ਪਾਤਸ਼ਾਹ ਇੱਥੇ ਪ੍ਰਭੂ ਦੇ ਨਾਮ ਦੀ ਸੱਚਾਈ ਦੀ ਜਾਪਾਂ ਦੀ ਗੱਲ ਕਰਦੇ ਨੇ। ਸਾਰੇ ਜਾਪਾਂ ਤੋਂ ਵੱਡਾ ਜਾਪ ਉਹਦੇ ਨਾਮ ਦੀ ਸੱਚਾਈ, ਭਾਵ ਉਹਦੇ ਉੱਤੇ ਯਕੀਨ ਹੋ ਜਾਵੇ ਉਹਦੇ ਨਾਮ ਤੇ, ਹੋਰ ਸਾਰੇ ਨਾਮਾਂ ਨੂੰ ਛੱਡ ਕੇ ਕਿ ਵਾਹਿਗੁਰੂ ਸਾਰਿਆਂ ਵਿੱਚ ਵੱਸਦਾ ਹੈ, ਅਤੇ ਹਿਰਦੇ ਵਿੱਚ ਜਿਹੜੇ ਆਪਣੇ ਕਿਆ ਸਬਕੌਂਸ਼ੀਅਸ ਮਾਈਂਡ, ਉਹਦੇ ਵਿੱਚ ਜਿਹੜੇ ਐਵੇਂ ਫਿਰਦੇ ਰਹਿੰਦੇ ਨੇ। ਸਿੱਖ ਦਾ ਮੇਰੇ ਅਨੁਸਾਰ ਸਭ ਤੋਂ ਵੱਡਾ ਇਹ ਜਾਪ ਹੈ ਕਿ ਫੁਰਨਿਆਂ ਨੂੰ ਕਿੱਦਾਂ ਦਬਣਾ ਹੈ, ਉਹ ਫੁਰਨੇ ਕਿੱਦਾਂ ਮਾਰਨੇ ਨੇ। ਤੇ ਇਹਦੇ ਉੱਤੇ ਥੋੜਾ ਹਾਂਜੀ, ਕਿਉਂਕਿ ਆਪਾਂ ਕਈ ਵਾਰੀ ਸਵਾਲ ਆਉਂਦੇ ਨੇ ਕਿ ਤੁਸੀਂ ਇੱਕ ਵਾਰੀ ਆਪਾਂ ਗੱਲ ਕੀਤੀ ਸੀ ਮਤ ਬੁੱਧ ਸਾਰੇ ਇਹ ਤੱਤਾਂ ਦੀ, ਪੰਜਾਂ ਦੀ, ਤੇ ਇਹਦੇ ਬਾਰੇ ਥੋੜਾ ਜਿਹਾ ਇਸ ਵੇਲੇ, ਕਿਉਂਕਿ ਉੱਥੇ ਪਹੁੰਚੇ ਹੋਏ ਹੋ, ਇਹਦੇ ਬਾਰੇ ਥੋੜਾ ਜਿਹਾ ਹੋਰ ਗਿਆਨ, ਵਿਚਾਰ, ਭਾਵ ਥੋੜਾ ਇਹਨੂੰ ਵਿਸਥਾਰ ਕਰੋ ਕਿ ਸਾਹਿਬ ਸੱਚੇ ਪਾਤਸ਼ਾਹ ਸਿੱਖ ਨੇ ਨਾਮ ਜਪਣਾ ਹੈ, ਉਸ ਵਾਹਿਗੁਰੂ ਨਾਲ ਜੁੜਨਾ ਹੈ, ਕਿੱਦਾਂ ਜੁੜਨਾ ਹੈ? ਇਹਨਾਂ ਡਾਕਟਰ ਸਾਹਿਬ ਜਿਹੜੀਆਂ ਹੋਣ ਵਾਲੀਆਂ, ਜਿਹੜੀ ਇਹ ਪੌੜੀ 50ਵੀਂ ਤੇ ਇਸ ਤੋਂ ਬਾਅਦ ਦੀਆਂ ਜਿਹੜੀਆਂ 4 ਪੌੜੀਆਂ ਨਾ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦੀ ਗੱਲ ਕੀਤੀ ਹੈ। ਜੇ ਆਪਾਂ ਮਤਲਬ ਆਗਿਆ ਦਿਓ ਕਿ ਆਪਾਂ ਇਸ ਤੋਂ ਅੱਗੇ 1-2 ਪੌੜੀਆਂ ਹੋਰ ਕਰੀਏ ਤੇ ਫਿਰ ਤੁਹਾਡੇ ਸਵਾਲ ਵੱਲ ਜੇ ਆਈਏ ਤਾਂ ਫਿਰ ਬੈਟਰ ਰਹੂਗਾ। ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਗਲੀ ਪੌੜੀ ਵੀ ਇਹੀ ਹੈ, ਅੰਤਰ ਸੁਣ ਬਾਹਰ ਸੁਣ। ਹਾਂਜੀ, ਅੰਤਰ ਸੁਣ ਬਾਹਰ ਸੁਣਨ, ਤ੍ਰੈ ਭਵਨ ਸੁਣ ਮਸੁਣਨ, ਚੌਥਾ ਸੁਣ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨਨ, ਘਟ ਘਟ ਸੁਣ ਕਾ ਜਾਣੇ ਭਿਓ, ਆਦ ਪੁਰਖ ਨਿਰੰਜਨ ਦੇਓ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਦਾਤਾ। ਅੰਤਰ ਸੁਣਨ ਬਾਹਰ ਸੁਣਨ, ਤ੍ਰੈ ਭਵਨ ਸੁਣ ਮਸੁਣਨ। ਸੁਣ ਉਹ ਅਵਸਥਾ ਹੈ, ਲਫ਼ਜ਼ੀ ਅਰਥ ਨੇ ਸੁਣ ਦੇ ਉਫਰ, ਜਿੱਥੇ ਫੁਰਨੇ ਪੈਦਾ ਨਹੀਂ, ਜਦੋਂ ਫੁਰਨੇ ਖਤਮ ਹੋ ਜਾਂਦੇ ਨੇ, ਜਦੋਂ ਟਿਕਾਓ ਵਾਲੀ ਸਥਿਤੀ ਵਿੱਚ ਆ ਜਾਂਦਾ ਹੈ ਮਨੁੱਖ ਦੇ ਜੀਵਨ ਦੇ ਵਿੱਚ, ਉਹਨੂੰ ਅਸੀਂ ਜਿਹੜਾ ਸਾਡਾ ਅਨਕੌਂਸ਼ੀਅਸ ਮਾਈਂਡ ਹੈ, ਅਚੇਤ ਮਨ ਹੈ, ਉਹਨੂੰ ਇਹਦੇ ਨਾਲ ਹਵਾਲਾ ਦਿੰਦੇ ਹਾਂ। ਤੇ ਉਹਨਾਂ ਸਾਰਿਆਂ ਤੋਂ ਹੀ ਵੱਡਾ ਜਿਹੜਾ ਸੁਣ ਮਸੁਣਨ ਦੀ ਅਵਸਥਾ ਵਾਲੀ ਗੱਲ ਹੈ, ਉੱਥੇ ਸੁਣ ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਸੁਣ ਨੂੰ ਵਾਹਿਗੁਰੂ ਪਰਮਾਤਮਾ ਦੇ ਨਾਲ ਕੰਪੇਅਰ ਕੀਤਾ, ਉਹਨੂੰ ਉਹਦਾ ਮਤਲਬ ਹਵਾਲਾ ਦਿੱਤਾ ਹੈ, ਕਿਉਂਕਿ ਜਿਹੜਾ ਵਾਹਿਗੁਰੂ ਹੈ ਉਹ ਕੋਈ ਵੀ ਫੈਸਲਾ ਫੁਰਨਿਆਂ ਦੇ ਅਧੀਨ ਨਹੀਂ ਕਰਦਾ। ਵਾਹਿਗੁਰੂ ਦੀ ਜਿਹੜੀ ਅਵਸਥਾ ਦਾ ਆਸਣ ਹੈ ਉਹ ਬਿਲਕੁਲ ਨਿਸ਼ਚਲ ਹੈ, ਉਹ ਐਸੀ ਅਵਸਥਾ ਹੈ ਜਿੱਥੇ ਫੁਰਨੇ ਨਹੀਂ ਹੁੰਦੇ। ਅੰਤਰ ਸੁਣਨ ਬਾਹਰ ਸੁਣਨ, ਤ੍ਰੈ ਭਵਨ ਸੁਣ ਮਸੁਣਨ। ਤੇ ਸੁਣਨ ਨੂੰ ਜੇ ਅਸੀਂ ਨਿਰਗੁਣ ਕਹਿ ਲਈਏ, ਨਿਰਗੁਣ ਤੇ ਸਰਗੁਣ, ਜਿਹੜੀ ਤੁਹਾਡਾ ਸਵਾਲ ਵੀ ਇਹਦੇ ਵਿੱਚ ਆ ਗਿਆ ਆਪਣੇ ਆਪ ਹੀ, ਨਿਰਗੁਣ ਤੇ ਸਰਗੁਣ 2 ਅਵਸਥਾਵਾਂ ਨੇ ਜੀ। ਵਾਹਿਗੁਰੂ ਪਰਮਾਤਮਾ ਆਪਣੇ ਆਪ ਦੇ ਵਿੱਚ ਨਿਰਗੁਣ ਸਰੂਪ ਹੈ, ਪਰ ਉਹਨੇ ਨਿਰਗੁਣ ਸਰੂਪ ਦੇ ਵਿੱਚ ਹੁੰਦਿਆਂ ਹੋਇਆਂ ਸਰਗੁਣ ਸਰੂਪ ਦੀ
ਸਥਾਪਨਾ ਕੀਤੀ ਹੈ, ਉਹਨੂੰ ਸਾਜਨਾ ਕੀਤੀ ਹੈ। ਆਸਾ ਦੀ ਵਾਰਦਾਤ ਸ਼ਲੋਕ ਦਾ ਮੈਂ ਤੁਹਾਡਾ ਧਿਆਨ ਲੈ ਕੇ ਜਾਣਾ ਚਾਹੁੰਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ। ਆਪੀ ਨੇ ਆਪ ਸਾਜਿਓ, ਪਹਿਲਾਂ ਉਹਨੇ ਜਿਹੜਾ ਸੁੰਨ ਅਵਸਥਾ ਵਿੱਚ ਸੀਗਾ ਉਹਨੇ ਆਪਣੇ ਆਪ ਨੂੰ ਪੈਦਾ ਕੀਤਾ, ਫਿਰ ਦੂਈ ਕੁਦਰਤ ਸਾਜੀਏ, ਫਿਰ ਆਪਣੇ ਤੋਂ ਬਾਅਦ ਦੂਜੇ ਨੰਬਰ ਤੇ ਆਪਣਾ ਸਰਗੁਣ ਪਸਾਰਾ ਕੀਤਾ। ਨਿਰਗੁਣ ਆਪ, ਸਰਗੁਣ ਵੀ ਉਹੀ। ਕਲਾ ਧਾਰ ਜਿਨ ਸਗਲੀ ਮੋਈ ਛੁਪਨੀ ਸਾਹਿਬ ਪੜ੍ਹਦੇ ਆ ਨਾ ਅਸੀਂ, ਕਿ ਉਹ ਵਾਹਿਗੁਰੂ ਪਰਮਾਤਮਾ ਹੀ ਨਿਰਗੁਣ ਹੈ ਤੇ ਵਾਹਿਗੁਰੂ ਪਰਮਾਤਮਾ ਹੀ ਸਰਗੁਣ ਹੈ। ਪਰ ਜਦੋਂ ਅਸੀਂ ਆਪਣੇ ਮਨ ਨੂੰ ਟਿਕਾਊ ਦੀ ਗੱਲ ਕਰਾਂਗੇ, ਮਨ ਦੇ ਵਿੱਚ ਉਹ ਸੁਣਨ ਦੀ ਅਵਸਥਾ ਪੈਦਾ ਕਰਨ ਦੀ ਗੱਲ ਕਰਾਂਗੇ, ਫਿਰ ਉਸ ਅਫੁਰ ਵਾਹਿਗੁਰੂ ਨੂੰ ਯਾਦ ਕਰਾਂਗੇ, ਉਹਦਾ ਜਿਹੜਾ ਤੱਤ ਰੂਪੀ ਨਾਮ ਹੈ ਉਹਦੀ ਗੱਲ ਕਰਾਂਗੇ। ਜਿਵੇਂ ਇੱਥੇ ਗੱਲ ਕੀਤੀ ਗੁਰੂ ਨਾਨਕ ਸਾਹਿਬ ਨੇ, ਅੰਤਰ ਸੁਨਿੰਗ ਬਾਹਰ ਸੁਨਿੰਗ ਤ੍ਰੈ ਭਵਨ ਸੁਨ ਮਸੁਨਿੰਗ। ਸਾਡੇ ਅੰਦਰ ਵੀ ਉਹੀ ਵਾਹਿਗੁਰੂ ਹੈ ਅਫੁਰ ਅਵਸਥਾ ਵਾਲਾ, ਤੇ ਸਾਡੇ ਬਾਹਰ ਵੀ ਉਹੀ ਵਾਹਿਗੁਰੂ। ਤ੍ਰੈ ਭਵਨ ਸੁਨ ਮਸੁਨਿੰਗ, ਤ੍ਰੈ ਭਵਨ, ਤਿੰਨਾਂ ਭਵਨਾਂ ਦੇ ਵਿੱਚ ਹੀ। ਤਿੰਨ ਭਵਨ ਹਿੰਦੂ ਮੈਥੋਲੋਜੀ ਦੇ ਮੁਤਾਬਕ ਆਕਾਸ਼, ਧਰਤੀ ਤੇ ਪਤਾਲ, ਤ੍ਰੈ ਲੋਕ ਜਿਨ੍ਹਾਂ ਦੀ ਗੱਲ ਕੀਤੀ ਗਈ ਹੈ। ਇਹਦਾ ਮਤਲਬ ਇਹ ਨਹੀਂ ਕਿ ਤਿੰਨ ਲੋਕ ਹੀ ਨੇ। ਜਿਹੜੀ ਪ੍ਰਚਲਿਤ ਗੱਲ ਸੀ ਉਸ ਵੇਲੇ, ਉਹਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਕਿ ਪੂਰੇ ਤ੍ਰੈ ਭਵਨ ਦੇ ਵਿੱਚ ਹੀ ਉਹ ਸਿਰਫ ਤੇ ਸਿਰਫ ਇੱਕ ਸੁੰਨ ਅਵਸਥਾ ਦੇ ਵਿੱਚ ਇੱਕ ਵਾਹਿਗੁਰੂ ਪਰਮਾਤਮਾ ਹੀ ਬੈਠਾ ਹੈ। ਹੁਣ ਇਸ ਤੋਂ ਅੱਗੇ, ਚੌਥੇ ਸੁਣਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੇ। ਹੁਣ ਸੁਣ ਜਿਹੜੀ ਅਵਸਥਾ ਹੈ ਉਹ ਤਾਂ ਹੈ ਹੀ ਅਫੁਰ, ਉੱਥੇ ਫੁਰਨੇ ਆਉਂਦੇ ਹੀ ਨਹੀਂ। ਇੱਥੇ ਗੱਲ ਗੁਰੂ ਨਾਨਕ ਸਾਹਿਬ ਨੇ ਚੌਥੇ ਸੁਣਨੇ ਦੀ ਕੀਤੀ ਹੈ। ਚੌਥੇ ਸੁਣਨੇ, ਚੌਥੀ ਅਵਸਥਾ। ਵਾਹਿਗੁਰੂ ਪਰਮਾਤਮਾ ਜਿਹੜਾ ਹੈ ਉਹ ਚੌਥੀ ਅਵਸਥਾ ਦੇ ਵਿੱਚ ਸੁਣਨ ਅਵਸਥਾ 'ਚ ਰਹਿੰਦਾ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਮਾਇਆ ਦੇ ਤਿੰਨ ਰੂਪ ਨੇ, ਰਜੋ, ਸਤੋ, ਤਮੋ ਜੀ। ਮਾਇਆ ਦੇ ਤਿੰਨ ਗੁਣ ਹੈ। ਮਤਲਬ ਇਹ ਕਿ ਪੂਰੇ ਸੰਸਾਰ ਦਾ ਜਿਹੜਾ ਵਿਸਥਾਰਾ ਹੋਇਆ ਹੈ, ਜੋ ਅਫੁਰ ਤੋਂ ਫੁਰ ਅਵਸਥਾ ਵਾਲੀ ਗੱਲ ਹੋਈ ਹੈ, ਜਿੱਥੇ ਸਾਰੇ ਫੁਰਨੇ ਹੈ, ਫੁਰਨਿਆਂ ਦੀ ਜਿਹੜੀ ਜੜ ਆ ਉਹ ਜਿਹੜੀ ਮਾਇਆ ਹੈ, ਉਹਦੇ ਤਿੰਨ ਰੂਪ ਨੇ, ਰਜੋ, ਸਤੋ, ਤਮੋ। ਇਹ ਤਿੰਨ ਗੁਣ ਨੇ ਉਹਦੇ। ਤੇ ਜਿਹੜਾ ਵਾਹਿਗੁਰੂ ਪਰਮਾਤਮਾ ਉਹ ਤਿੰਨਾਂ ਗੁਣਾਂ ਤੋਂ ਹੀ ਉੱਪਰ ਹੈ। ਇਸ ਕਰਕੇ ਵਾਹਿਗੁਰੂ ਨੂੰ ਚੌਥੇ ਪਦ ਦਾ ਸੁਣ ਅਵਸਥਾ ਵਾਲੀ ਗੱਲ ਜਿਹੜੀ ਹੈ ਉਹਦਾ ਹਵਾਲਾ ਦਿੱਤਾ ਗਿਆ, ਉਹ ਨਾਲ ਕੰਪੇਅਰ ਕੀਤਾ ਗਿਆ ਕਿ ਉਹ ਜਿਹੜਾ ਵਾਹਿਗੁਰੂ ਪਰਮਾਤਮਾ ਚੌਥੇ ਸੁਣਨੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੇ। ਆਮ ਦੁਨੀਆਦਾਰ ਤਾਂ ਤਿੰਨ ਗੁਣ ਨੇ ਜਿਹੜੇ ਮਾਇਆ ਦੇ, ਉਥੋਂ ਤੱਕ ਹੀ ਸੀਮਤ ਰਹਿੰਦੇ ਆ। ਪਰ ਜਿਹੜਾ ਕੋਈ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਉਸ ਵਾਹਿਗੁਰੂ ਪਰਮਾਤਮਾ ਦਾ ਧਿਆਨ ਧਰ ਲੈ, ਜਿਹੜਾ ਚੌਥੇ ਪਦ ਵਿੱਚ ਸੁਣ ਰਹਿੰਦਾ ਹੈ, ਜਿਹੜਾ ਹਮੇਸ਼ਾ ਹੀ ਸੁਣ ਰਹਿੰਦਾ ਹੈ, ਮਾਇਆ ਦਾ ਅਸਰ ਨਹੀਂ ਹੁੰਦਾ ਜਿਹਦੇ ਉੱਤੇ। ਮਾਇਆ ਦੇ ਕਿਸੇ ਵੀ ਗੁਣ ਦਾ ਉਹਦੇ ਉੱਤੇ ਅਸਰ ਨਹੀਂ ਹੁੰਦਾ। ਜਿਹੜਾ ਉਹਦੇ ਵਿੱਚ ਵਿਸ਼ਵਾਸ ਰੱਖ ਲੈਂਦਾ ਹੈ, ਉਸ ਮਨੁੱਖ ਨੂੰ ਫਿਰ ਨਾ ਤਾਂ ਕੋਈ ਸਵਰਗ ਦੀ ਲਾਲਸਾ ਰਹਿੰਦੀ ਹੈ, ਨਾ ਉਹਨੂੰ ਪਾਪ ਕਰਨ ਤੋਂ ਡਰ ਲੱਗਦਾ ਹੈ, ਨਾ ਪੁੰਨ ਕਰਨ ਦੀ ਲਾਲਸਾ ਰਹਿੰਦੀ ਹੈ ਕਿ ਮੈਨੂੰ ਸਵਰਗ ਵਿੱਚ ਜਾਊਂਗਾ, ਨਾ ਉਹਨੂੰ ਨਰਕ ਦਾ ਡਰ ਰਹਿੰਦਾ ਹੈ। ਇੱਥੇ ਪਾਪ ਤੇ ਪੁੰਨ ਦਾ ਮਤਲਬ ਹੈ ਕਿ ਨਾ ਤੇ ਉਹ ਨਰਕ ਤੋਂ ਡਰ ਕੇ ਕੋਈ ਭੇਖੀ ਦੇ ਕੋਲ ਜਾ ਕੇ ਪੂਜਾ ਪਾਠ ਕਰਦਾ ਹੈ, ਤੇ ਨਾ ਹੀ ਉਹ ਸਵਰਗ ਦੇ ਲਾਲਚ ਦੇ ਵਿੱਚ ਪੁੱਠੀਆਂ ਛਾਲਾਂ ਮਾਰਦਾ ਹੈ। ਜਿਸ ਮਨੁੱਖ ਨੂੰ ਚੌਥੇ ਅਵਸਥਾ ਦੇ ਵਿੱਚ ਬੈਠੇ ਅਫੁਰ ਵਾਹਿਗੁਰੂ ਪਰਮਾਤਮਾ ਦੇ ਨਾਲ ਸਾਂਝ ਪੈ ਜਾਂਦੀ ਹੈ, ਉਹਦੇ ਕੋਲੋਂ ਫਿਰ ਨਰਕ ਸਵਰਗ ਵਾਲਾ ਜਿਹੜਾ ਖਹਿੜਾ ਹੈ ਉਹ ਹਮੇਸ਼ਾ ਵਾਸਤੇ ਛੁੱਟ ਜਾਂਦਾ ਹੈ। ਘਟ ਘਟ ਸੁਣ ਕਾ ਜਾਣੇ ਭਿਓ, ਆਦ ਪੁਰਖ ਨਿਰੰਜਨ ਦਿਓ। ਘਟ ਘਟ ਹਰੇਕ ਸਰੀਰ ਦੇ ਅੰਦਰ, ਹਰ ਜੀਵ ਦੇ ਅੰਦਰ ਕੋਈ ਐਸਾ ਜੀਵ ਨਹੀਂ ਜਿਹਦੇ ਅੰਦਰ ਉਹ ਸੁਣ ਵਾਹਿਗੁਰੂ ਪਰਮਾਤਮਾ ਦੀ ਜੋਤ ਨਹੀਂ ਵਸਦੀ। ਜਦੋਂ ਉਹ ਇਸ ਭੇਦ ਨੂੰ ਸਮਝ ਲੈਂਦਾ ਹੈ ਕਿ ਹਰੇਕ ਜੀਵ ਦੇ ਅੰਦਰ ਉਸ ਵਾਹਿਗੁਰੂ ਪਰਮਾਤਮਾ ਦਾ ਵਾਸ ਹੈ, ਆਦ ਪੁਰਖ ਨਿਰੰਜਨ ਦਿਓ, ਤੇ ਫਿਰ ਆਪਣੇ ਨੂੰ ਆਪ ਨੂੰ ਉਹ ਜਿਹੜਾ ਆਦ ਪੁਰਖ ਹੈ, ਨਿਰੰਜਨ ਆ, ਜਿਹੜਾ ਆਦ ਪੁਰਖ ਮੁੱਢਲਾ ਵਾਹਿਗੁਰੂ ਨਿਰੰਜਨ, ਜਿਹਦੇ ਉੱਤੇ ਮਾਇਆ ਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਨਿਰੰਜਨ ਹੁੰਦਾ ਹੈ ਜਿਹੜਾ ਵਿਕਾਰਾਂ ਦੀ ਮੈਲ ਦੀ ਕਾਲਕ ਤੋਂ ਰਹਿਤ ਹੈ। ਉਹ ਜਿਹੜਾ ਜੋ ਵਾਹਿਗੁਰੂ ਪਰਮਾਤਮਾ ਹੈ, ਜੋ ਜਨ ਨਾਮ ਨਿਰੰਜਨ ਤਰਾਤਾ। ਤੇ ਜਿਸ ਮਨੁੱਖ ਨੇ ਉਹ ਨਿਰੰਜਨ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ, ਸਮਝੋ ਨਾਨਕ ਸੋਈ ਪੁਰਖ ਵਿਦਾਤਾ। ਉਹ ਜਿਹੜਾ ਜੀਵ ਹੈ, ਇਹ ਨਾਨਕ, ਉਹ ਤਾਂ ਪੁਰਖ ਵਿਦਾਤੇ ਦਾ ਹੀ ਰੂਪ ਹੋ ਗਿਆ।
ਉਹ ਜੋ ਜੀਵ ਜਿਹੜਾ ਜਿਹਨੇ ਵਾਹਿਗੁਰੂ ਪ੍ਰਮਾਤਮਾ ਜਿਹੜਾ ਨਿਰਅੰਜਨ ਹੈ, ਮਾਇਆ ਦੇ ਪ੍ਰਭਾਵ ਤੋਂ ਦੂਰ ਹੈ, ਜਿਹਦੇ ਉੱਤੇ ਮਾਇਆ ਦੇ 3 ਗੁਣਾਂ ਦਾ ਅਸਰ ਨਹੀਂ ਹੁੰਦਾ, ਉਹਦੇ ਨਾਲ ਸਾਂਝ ਬਣਾ ਲੈਂਦਾ ਜਿਹੜਾ ਵਾਹਿਗੁਰੂ ਪ੍ਰਮਾਤਮਾ ਦਾ ਜੀਵ, ਫਿਰ ਸਮਝੋ ਉਹਦੇ ਵਿੱਚ ਤੇ ਪੁਰਖ ਵਿਧਾਤੇ ਵਿੱਚ, ਸਿਰਜਣਹਾਰ ਵਾਹਿਗੁਰੂ ਪ੍ਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਰਹਿੰਦਾ, ਉਹ ਉਹਦਾ ਹੀ ਰੂਪ ਹੋ ਜਾਂਦਾ ਹੈ। ਹਾਂਜੀ। ਇਹ ਪੌੜੀ ਦੇ ਵਿੱਚ ਜੋ ਇਸ ਰਾਹ ਤੇ ਇਹ ਤਰਾਹੇ ਪਵੜੀਆ, ਇਹ ਤਰਾਹੇ ਪਤ ਪਵੜੀਆ ਚੜੀਆ ਹੋਏ ਕਿਸ ਚੌਥੀ ਅਵਸਥਾ ਵਿੱਚ ਕਿੱਦਾਂ ਪਹੁੰਚਣਾ ਹੈ, ਕਿਸ ਤਰ੍ਹਾਂ ਇਹ ਇਨਸਾਨ ਨੇ ਪਹਿਲਾਂ ਗੱਲ ਕੀਤੀ ਸੀ, ਸਹਿਬ ਸੱਚੇ ਪਾਤਸ਼ਾਹ ਜੀ ਨੇ ਨਿਮਰਤਾ ਦੇ ਵਿੱਚ ਇਹ ਗਿਆਨ ਆਉਂਦਾ ਹੈ, ਉਸ ਤੋਂ ਉਪਰੰਤ ਜਾਪ ਦੀ ਗੱਲ ਕੀਤੀ ਹੈ। ਹੁਣ ਚੌਥੀ ਅਵਸਥਾ ਵਿੱਚ ਜਿੱਥੇ ਕੋਈ ਮਾਇਆ ਦੇ ਰਜੋ ਸਮੋ ਰਜੋ ਸਤੋ ਤਮੋ ਕੋਈ ਵੀ ਇਹ ਗੁਣਾਂ ਤੋਂ ਉੱਪਰ ਉੱਠਣਾ ਹੈ, ਉਸ ਪੌੜੀ ਤੇ ਕਿੱਦਾਂ ਚੜ੍ਹਨਾ ਹੈ, ਇਹ ਪੌੜੀ ਦੇ ਵਿੱਚ ਸਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵਰਣਨ ਕੀਤੇ ਨੇ ਕਿ ਉਹ ਅਕਾਲ ਪੁਰਖ ਚੌਥੀ ਅਵਸਥਾ ਵਿੱਚ ਹੈ ਤੇ ਇਨਸਾਨ, ਜਿਸ ਇਨਸਾਨ ਨੇ ਇਸ ਰਾਹ ਤੇ ਚੱਲਣਾ ਹੈ, ਉਹਨੇ ਹੌਲੀ 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 ਚੱਲ ਕੇ ਇਸ ਅਵਸਥਾ ਤੱਕ, ਇੱਥੇ ਤੱਕ ਪਹੁੰਚਣਾ ਹੈ ਤੇ ਉੱਥੇ ਜਾ ਕੇ ਉਸ ਅਵਸਥਾ ਤੇ ਪਹੁੰਚ ਗਿਆ, ਉੱਥੇ ਵੀ ਉਹਨੂੰ ਪਾਪ ਪੁੰਨ ਕੋਈ ਨਹੀਂ, ਕੋਈ ਡਰ ਪੈ ਨਹੀਂ। ਤੇ ਭਾਈ ਸਾਹਿਬ ਜੀ ਅਗਲੀ ਪੌੜੀ ਦਾ ਵੀ ਅਰਥ ਕਰਕੇ, ਕਿਉਂ ਮਿੰਟ ਥੋੜੇ ਰਹਿ ਗਏ ਨੇ, ਅਗਲੀ ਪੌੜੀ ਦੇ ਵਿੱਚ ਕਿਉਂਕਿ ਹੁਣ ਸੁਣ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਇੰਨਾ ਜ਼ੋਰ ਦਿੱਤਾ ਹੈ ਤੇ ਸਿੱਧਾ ਨੇ ਸਵਾਲ ਕੀਤਾ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਅਨਹਦ ਸੁਨ ਰਤੇ ਸੇ ਕੈਸੇ। ਇਹ ਸਵਾਲ ਹੈ। ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਅਨਹਦ ਸੁਨ ਰਤੇ ਸੇ ਕੈਸੇ। ਇਹ ਸਵਾਲ ਹੈ ਉਹਨਾਂ ਦਾ। ਹੁਣ ਗੁਰੂ ਨਾਨਕ ਸਾਹਿਬ ਦਾ ਜਵਾਬ ਹੈ, ਜਿਸ ਤੇ ਉਪਜੇ ਤਿਸ ਹੀ ਜੈਸੇ, ਉਹ ਜਨਮ ਨਾ ਮਰੇ ਨਾ ਆਵੇਂ ਜਾਏ, ਨਾਨਕ ਗੁਰਮੁਖ ਮਨ ਸਮਝਾਏ। ਸੁਨੋ ਸੁਨ ਕਹੇ ਸਭ ਕੋਈ, ਸਿੱਧ ਕਹਿੰਦੇ ਨੇ ਹਰ ਕੋਈ ਕਹੀ ਜਾਂਦਾ ਹੈ ਕਿ ਉਹ ਵਾਹਿਗੁਰੂ ਅਫੋਰ ਹੈ, ਵਾਹਿਗੁਰੂ ਅਫੋਰ ਹੈ। ਅਨਹਦ ਸੁਨ ਕਹਾਂ ਤੇ ਹੋਈ, ਅਨਹਦ ਇੱਕ ਰਸ, ਇੱਕ ਸਾਰ, ਐਸੀ ਅਵਸਥਾ, ਅਫੋਰ ਅਵਸਥਾ ਜਿਹੜੀ ਕਦੇ ਟੁੱਟੇ ਹੀ ਨਾ, ਉਹ ਕਿਵੇਂ ਪੈਦਾ ਹੋਵੇ। ਅਨਹਦ ਸੁਨ ਰਤੇ ਸੇ ਕੈਸੇ, ਜਿਨ੍ਹਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਸਾਰ ਅਫੁਰ ਅਵਸਥਾ ਬਣ ਗਈ ਹੈ, ਉਹ ਕਿਹੋ ਜਿਹੇ ਮਨੁੱਖ ਨੇ। ਜਿਵੇਂ ਪਹਿਲੀ ਪੌੜੀ 'ਚ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਭਈ ਜਿਹੜਾ ਸੁਣ ਦਾ ਭੇਦ ਸਮਝ ਲੈਂਦਾ ਹੈ, ਅੰਦਰ ਬਾਹਰ ਘਟ ਘਟ ਦੇ ਅੰਦਰ ਸੁਣ ਦਾ ਬਾਤ ਸਮਝ ਲੈਂਦਾ ਹੈ, ਉਹ ਉਹਦੇ ਵਰਗਾ ਹੀ ਹੋ ਜਾਂਦਾ ਹੈ। ਸਿੱਧਾ ਨੇ ਸਵਾਲ ਕੀਤਾ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਅਨਹਦ ਸੁਨ ਰਤੇ ਸੇ ਕੈਸੇ। ਇਹ ਸੁਣ ਤਾਂ ਸਾਰੇ ਕਹੀ ਜਾਂਦੇ ਆ, ਪਰ ਇੱਕ ਰਸ। ਹੁਣ ਇੱਥੇ ਆਪਾਂ ਇਹ ਵੀ ਕਹਿ ਸਕਦੇ ਹਾਂ ਭਈ ਜੀਵ ਦੇ ਜੀਵਨ ਦੇ ਵਿੱਚ ਅਨੇਕਾਂ ਐਸੇ ਮੌਕੇ ਆਉਂਦੇ ਹੈ ਜਦੋਂ ਉਹਦਾ ਜੀਵਨ ਦੇ ਵਿੱਚ, ਉਹਦੇ ਮਨ ਦੇ ਵਿੱਚ ਠਹਿਰਾਵ ਆ ਜਾਂਦਾ ਹੈ, ਭਾਵੇਂ ਥੋੜੇ ਚਿਰ ਲਈ ਆਵੇ, ਥੋੜੇ ਚਿਰ ਲਈ ਠਹਿਰਾਵ ਆਉਂਦਾ ਹੈ, ਔਰ ਉਸ ਤੋਂ ਬਾਅਦ ਦੁਨੀਆ ਦੇ ਆਸ-ਪਾਸ ਜੋ ਹੋ ਰਿਹਾ ਉਹਦੇ ਪ੍ਰਭਾਵ ਅਧੀਨ ਉਹਦੀ ਜਿਹੜੀ ਉਹ ਸੁਣਨ ਵਾਲੀ ਅਵਸਥਾ ਹੈ ਉਹ ਭੰਗ ਹੋ ਜਾਂਦੀ ਹੈ, ਉਹ ਫਿਰ ਮਾਇਆ ਦੇ 3 ਰੂਪਾਂ ਦੇ ਵਿੱਚ ਹੀ ਫਿਰ ਗਰਕ ਹੋ ਜਾਂਦਾ। ਹੁਣ ਸਿੱਧ ਕਹਿੰਦੇ ਨੇ ਅਨਹਦ ਸੁਣ ਕਹਾਂ ਤੇ ਹੋਈ, ਉਹ ਜਿਹੜੀ ਐਸੀ ਸੁਣ ਅਫੁਰ ਅਵਸਥਾ ਹੈ ਜਿਹੜੀ ਕਦੇ ਟੁੱਟੇ ਹੀ ਨਾ, ਜਿਹੜੀ ਇੱਕ ਸਾਰ, ਇੱਕ ਰਸ ਹਮੇਸ਼ਾ ਕਾਇਮ ਰਵੇ, ਉਹ ਕਿੱਦਾਂ ਪੈਦਾ ਹੋਵੇ। ਅਨਹਦ ਸੁਣ ਰਤੇ ਸੇ ਕੈਸੇ। ਫਿਰ ਜਿਹੜੇ ਇਕਸਾਰ ਅਫੁਰ ਅਵਸਥਾ ਦੇ ਰੰਗ ਵਿੱਚ ਰੰਗੇ ਹੋਏ ਆ, ਉਹ ਲੋਕ ਕਿਹੋ ਜਿਹੇ ਨੇ, ਜਿਨ੍ਹਾਂ ਦੇ ਹੁੰਦੇ ਨੇ ਉਹ ਲੋਕ ਜਿਹੜੇ ਲਗਾਤਾਰ ਅਫੁਰ ਰਹਿੰਦੇ ਨੇ, ਜਿਨ੍ਹਾਂ 'ਚ ਮਾਇਆ ਦੇ 3 ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ। ਹੁਣ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਇਹਦਾ, ਜਿਸ ਤੇ ਉਪਜੇ ਤਿਸ ਜੈਸੇ। ਉਹ ਜਿਹੜੇ ਲੋਕ ਨੇ, ਜਿਸ ਵਾਹਿਗੁਰੂ ਨੇ ਪੈਦਾ ਕੀਤੇ ਆ ਨਾ, ਉਹ ਉਹਦੇ ਵਰਗੇ ਹੀ ਹੋ ਜਾਂਦੇ ਨੇ। ਉਹ ਜਨਮ ਨਾ ਮਰੇ ਨਾ ਆਵੇ ਜਾਏ, ਉਹ ਜੰਮਦੇ ਮਰਦੇ ਨਹੀਂ। ਉਹ ਸੰਸਾਰ ਤੇ ਉਹਨਾਂ ਦਾ ਆਉਣਾ ਜਾਣਾ ਵੀ ਖਤਮ ਹੋ ਜਾਂਦਾ ਹੈ। ਨਾਨਕ ਗੁਰਮੁਖ ਮਨ ਸਮਝਾਏ। ਇਹ ਨਾਨਕ, ਉਹ ਜਿਹੜੇ ਗੁਰਮੁਖ ਨੇ ਉਹ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਚੰਗੀ ਤਰ੍ਹਾਂ। ਉਹ ਆਪਣੇ ਮਨ ਦੇ ਵਿੱਚ ਉਹ ਜਿਹੜੀ ਸਮੱਤ ਹੈ ਸਤਿਗੁਰੂ ਵਾਲੀ, ਉਹ ਉਹਨੂੰ ਦੇ ਦਿੰਦੇ ਨੇ ਤਾਂ ਕਿ ਉਹ ਹਮੇਸ਼ਾ ਹੀ ਇੱਕ ਰਸ, ਇੱਕ ਸਾਰ, ਹਮੇਸ਼ਾ ਲਈ ਸੁਣ ਅਵਸਥਾ ਦੇ ਵਿੱਚ ਵਿਚਰਦੇ ਰਹਿਣ। ਤੇ ਜਿਹੜੇ ਸੁਣ ਅਵਸਥਾ 'ਚ ਵਿਚਰਦੇ ਹੈ ਉਹ ਫਿਰ ਪੈਦਾ ਕਰਨ ਵਰਗੇ ਵਾਹਿਗੁਰੂ ਵਰਗੇ ਹੀ ਹੋ ਜਾਂਦੇ ਨੇ। ਅਬ ਤੋਂ ਆਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣ। ਫਿਰ ਉਹ ਅਵਸਥਾ ਜਿਹੜੀ ਹੈ ਮਨੁੱਖ ਉਹ ਬਣ ਜਾਂਦੀ ਹੈ।
ਹਾਂਜੀ। ਸੋ ਇਹ ਪੌੜੀ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਾਡੇ ਜੀਵਨ ਦਾ ਆਖਰੀ ਮੰਜ਼ਿਲ ਹੈ, ਉਹ ਸਾਨੂੰ ਸਵਾਲ ਜਵਾਬ ਦੇ ਰਹੇ ਨੇ, ਸਿੱਧਾ ਦੇ ਰਹੇ ਨੇ, ਪਰ ਇਹ ਸਾਡੇ ਵਾਸਤੇ ਹੈ ਕਿ ਜਿਹੜਾ ਸਵਾਲ ਸਾਡੇ ਤੇ ਮਨ ਵਿੱਚ ਆਮ ਉੱਠਦਾ ਹੈ, ਹਰੇਕ ਮਨੁੱਖ ਅਫੁਰ ਅਵਸਥਾ ਦਾ ਜ਼ਿਕਰ ਕਰਦਾ ਹੈ ਕਿ ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ, ਇਹ ਸਿੱਧ ਪੁੱਛਦੇ ਨੇ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਅਫੁਰ ਅਵਸਥਾ ਵਿੱਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਨੇ? ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਨੇ ਜਿਸ ਤੋਂ ਉਹ ਪੈਦਾ ਹੁੰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ, ਜੋ ਮਨੁੱਖ ਗੁਰੂ ਦੇ ਹੁਕਮ ਉੱਤੇ ਤੁਰ ਕੇ ਮਨ ਨੂੰ ਸਮਝਾਉਂਦੇ ਨੇ, ਉਹ ਮੁੜ ਮੁੜ ਨਾ ਜੰਮਦੇ ਨੇ ਨਾ ਮਰਦੇ ਨੇ, ਉਹਨਾਂ ਦਾ ਆਵਾਗਮਨ ਦਾ ਚੱਕਰ ਮੁੱਕ ਜੋ ਸਾਡੀ ਕੇ ਜੀ। ਹੁਣ ਜਿਹੜਾ ਮਕਸਦ ਹੈ ਜ਼ਿੰਦਗੀ ਦਾ, ਹਾਂਜੀ ਦੁਨੀਆਦਾਰ ਮਾਇਆ ਦੇ 3 ਰੰਗਾਂ ਦੇ ਵਿੱਚ ਰੰਗਿਆ ਹੋਇਆ ਮਨੁੱਖ ਜ਼ਿੰਦਗੀ ਦੇ ਵਿੱਚ ਖਾਣ ਹੰਡਾਉਣ ਤੱਕ ਸੀਮਤ ਹੈ। ਉਸ ਨੂੰ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਵੀ ਸਮਝ ਨਹੀਂ ਆਉਂਦਾ। ਪਰ ਜਿਨ੍ਹਾਂ ਲੋਕਾਂ ਨੂੰ ਜ਼ਿੰਦਗੀ ਦਾ ਅਸਲੀ ਮਕਸਦ ਸਮਝ ਆ ਜਾਂਦਾ ਹੈ, ਉਹਦਾ ਹੈ ਭਈ ਮੈਂ ਹੁਣ ਇਸ ਜੀਵਨ ਦੇ ਵਿੱਚ ਆ ਕੇ ਉਹ ਜਿਹੜੀ ਬਿੱਥ ਪਈ ਹੋਈ ਹੈ ਵਾਹਿਗੁਰੂ ਪਰਮਾਤਮਾ ਦੇ ਨਾਲ, ਉਹਨੂੰ ਖਤਮ ਕਰਨ ਵਾਸਤੇ ਆਇਆ। ਮੈਂ ਹੁਣ ਵਾਹਿਗੁਰੂ ਵਰਗਾ ਹੀ ਹੋ ਕੇ ਜਾਣਾ ਇਸ ਜੀਵਨ ਦੇ ਵਿੱਚ ਰਹਿੰਦਿਆਂ। ਇਸੇ ਕਰਕੇ ਮੈਨੂੰ ਇਹ ਜੀਵਨ ਮਿਲਿਆ ਤੇ ਇਸ ਜੀਵਨ 'ਚ ਮੈਨੂੰ ਗੁਰੂ ਦਾ ਗਿਆਨ ਵੀ ਮਿਲ ਗਿਆ, ਗੁਰੂ ਦਾ ਸ਼ਬਦ ਵੀ ਮਿਲ ਗਿਆ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗ ਹੋ ਕੇ ਮੈਂ ਆਪਣੇ ਜੀਵਨ ਨੂੰ ਜਨਮ ਮਰਨ ਰਹਿਤ ਕਰਨਾ ਹੈ, ਜੰਮਣ ਮਰਨ ਖਤਮ ਕਰਨਾ ਤੇ ਉਹ ਵਾਹਿਗੁਰੂ ਦੀ ਜੋਤ ਦੇ ਵਿੱਚ ਅਭੇਦ ਹੋਣਾ ਹੈ। ਇਹ ਸਾਡੇ ਜ਼ਿੰਦਗੀ ਦਾ ਨਿਸ਼ਾਨਾ ਹੈ। ਪਰ ਆਮ ਮਨੁੱਖ ਜਿਹੜਾ ਹੈ, ਜ਼ਿੰਦਗੀ ਦੇ ਰੰਗਾਂ ਵਿੱਚ ਰੰਗਿਆ ਹੋਇਆ, ਮਾਇਆ ਦੇ ਰੰਗ 'ਚ ਰੰਗਿਆ ਹੋਇਆ, ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦਾ। ਇਸੇ ਕਰਕੇ ਉਹ ਦੁੱਖ ਸੁੱਖ ਦੇ ਚੱਕਰ ਦੇ ਵਿੱਚ ਵੀ ਫਸਿਆ ਰਹਿੰਦਾ ਹੈ। ਉਹਨੂੰ ਮੌਤ ਦਾ ਡਰ ਵੀ ਸਤਾਉਂਦਾ ਹੈ। ਉਹਦੇ ਅੰਦਰ ਕਦੇ ਨਿਮਰਤਾ ਵੀ ਨਹੀਂ ਆਉਂਦੀ, ਠਹਿਰਾਓ ਵੀ ਨਹੀਂ ਆਉਂਦਾ, ਸਹਿਜ ਵੀ ਨਹੀਂ ਆਉਂਦਾ, ਸ਼ਾਂਤੀ ਵੀ ਨਹੀਂ ਆਉਂਦੀ। ਤੇ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ, 3 ਅਵਸਥਾ ਤੋਂ ਉੱਪਰ ਉੱਠ ਕੇ 4ਥੀ ਅਵਸਥਾ ਵਾਲੇ ਸੁਣ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਸਾਂਝ ਬਣਾ ਲਈ ਹੈ, ਉਹ ਫਿਰ ਵਾਹਿਗੁਰੂ ਵਰਗੇ ਹੀ ਹੋ ਜਾਂਦੇ ਨੇ। ਉਹ ਫਿਰ ਜੀਵਨ ਮੁਕਤ ਹੋ ਜਾਂਦੇ। ਮਰਨ ਤੋਂ ਬਾਅਦ ਮੁਕਤੀ ਤਾਂ ਕਿਸੇ ਨੇ ਵੇਖੀ ਨਹੀਂ ਨਾ। ਕਬੀਰ ਸਾਹਿਬ ਕਹਿੰਦੇ ਨੇ ਵੀ ਮਰਨ ਤੋਂ ਬਾਅਦ ਮੈਨੂੰ ਮੁਕਤੀ ਮਿਲਣੀ, ਕਿ ਮੈਨੂੰ ਕੀ ਪਤਾ, ਮੈਨੂੰ ਤਾਂ ਐਸੀ ਮੁਕਤੀ ਚਾਹੀਦੀ ਹੈ ਜਿਹੜੀ ਮੈਨੂੰ ਜਿਉਂਦਿਆਂ ਮਿਲੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਹ ਲੋਕ ਫਿਰ ਜੀਵਨ ਮੁਕਤੀ ਹੋ ਜਾਂਦੇ ਨੇ, ਨਾ ਮਰਨ ਤੋਂ ਬਾਅਦ ਦੁਬਾਰਾ ਜਨਮ ਲੈਂਦੇ ਨੇ ਤੇ ਨਾ ਜ਼ਿੰਦਗੀ ਜਿਉਂਦੇ ਜਿਉਂਦੇ ਦਿਹਾੜੀ ਦੇ ਵਿੱਚ 100 ਵਾਰੀ ਜੰਮਦੇ ਨੇ ਤੇ 100 ਵਾਰੀ ਮਰਦੇ ਨੇ ਆਤਮਕ ਮੌਤ ਵਿੱਚ। ਤੇ ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਰਹਿੰਦਾ ਹੈ, ਨਾ ਹੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਭਿੰਨ ਭੇਦ ਰਹਿੰਦਾ ਹੈ। ਉਹਨਾਂ ਨੂੰ ਸਾਰੇ ਪਾਸੇ ਅੰਦਰ ਬਾਹਰ ਉਹ ਵਾਹਿਗੁਰੂ ਪਰਮਾਤਮਾ ਦੀ ਜੋਤ, ਉਹਦਾ ਹੀ ਰੂਪ ਜਿਹੜਾ ਉਹ ਦਿਖਾਈ ਦਿੰਦਾ। ਸੋ ਇਹ ਸਾਡੀ ਅਵਸਥਾ ਜੋ ਹੈ ਇਸ ਆਮ ਆਦਮੀ ਦੀ ਹੈ ਕਿ ਇਹ ਜਗ ਮਿੱਠਾ ਅਗਲਾ ਕੇ ਨਰੇਠਾ, ਅਤੇ ਇਹ ਭੁੱਲ ਗਏ ਆ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਫੱਕੜੇ ਸਭ ਮੁਕਦੀ ਚੱਲੀ ਰਿਹਾ। ਸਾਹਿਬ ਸੱਚੇ ਪਾਤਸ਼ਾਹ ਇੱਥੇ ਸਾਡੀ ਜ਼ਿੰਦਗੀ ਦਾ ਮਕਸਦ ਦੱਸਦੇ ਨੇ, ਕਿੱਥੋਂ ਚੱਲ ਕੇ ਕਿੱਥੇ ਪਹੁੰਚਣਾ ਹੈ ਅਤੇ ਕਿੱਦਾਂ ਪਹੁੰਚਣਾ ਹੈ। ਇਹ ਸਾਰਾ ਜਿਹੜਾ ਕਿ ਇਸ ਵੇਲੇ ਅੱਜ ਕੱਲ੍ਹ ਸਾਨੂੰ ਜੀਵਨ ਤੋਂ, ਸਾਨੂੰ ਵੀ ਇਸ ਤੋਂ ਸੇਧ ਲੈ ਲੈਣੀ ਚਾਹੀਦੀ ਹੈ ਕਿ ਸਾਹਿਬ ਸੱਚੇ ਪਾਤਸ਼ਾਹ ਜੋ ਸਾਡੇ ਪੂਰਨੇ ਪਾਏ ਨੇ, ਉਹਨਾਂ ਪੂਰਨੇ ਤੇ ਚੱਲ ਕੇ ਅਸੀਂ ਬਜਾਏ ਕਿ ਨੁਕਤਾਚੀਨ ਬਣੀਏ, ਹਰ ਇੱਕ ਗੱਲ ਤੇ ਨੁਕਤਾਚੀਨੀ ਕਰੀਏ, ਨਹੀਂ, ਉਸ ਤੋਂ ਉੱਤੇ ਉੱਠ ਕੇ, ਨੁਕਤਾਚੀਨੀ ਉੱਤੇ ਉੱਠ ਕੇ ਕਿ ਅੱਗੇ ਹੋਰ ਵੀ ਬਹੁਤ ਕੁਝ ਹੈ, ਹੋਰ ਵੀ ਮੈਂ ਕੁਝ ਸਿੱਖਣਾ ਹੈ ਅਤੇ ਸਿੱਖ ਕੇ ਉਸ ਵਾਹਿਗੁਰੂ ਦੇ ਨਾਲ ਇੱਕ ਮਿਕ ਹੋਣਾ ਹੈ। ਇਹ ਸਾਡੀ ਮੰਜ਼ਿਲ ਹੈ। ਤੇ ਅੱਜ ਦਾ ਟਾਈਮ ਸਾਹਿਬ ਭਾਈ ਸਾਹਿਬ ਜੀ ਤਕਰੀਬਨ ਟਾਈਮ ਹੋ ਗਿਆ, ਮਿੰਟ ਇੱਕ ਰਹਿੰਦਾ ਹੈ, ਅਗਰ ਕੋਈ ਸੌਂਪ ਕਰਨਾ ਤਾਂ ਦੱਸੋ। ਇਹ ਸਮਾਂ ਇਹੀ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣ ਦਾ ਦਾਅਵਾ ਕਰਨ ਵਾਲੇ ਲੋਕ। ਗੁਰੂ ਨਾਨਕ ਸਾਹਿਬ ਨੇ ਸਾਡੇ ਵਾਸਤੇ ਇੱਕ ਜੀਵਨ ਜਾਂਚ ਦਿੱਤੀ ਹੈ। ਉਹ ਜਿਹੜੀ ਜੀਵਨ ਜਾਂਚ ਹੈ, ਉਹਦੇ ਮੁਤਾਬਕ ਸਾਡੇ ਅੰਦਰ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਵੀ ਹੋਣਾ ਚਾਹੀਦਾ ਹੈ। ਉਹ ਜਿਹੜਾ ਪਰਮਾਤਮਾ ਦਾ ਗਿਆਨ ਆ, ਸੂਰਜ ਵਰਗਾ ਤਪਸ਼ ਭਰਿਆ ਵੀ ਹੋਣਾ ਚਾਹੀਦਾ ਹੈ। ਤੇ ਉਹਦੇ ਨਾਲ ਹੀ ਸਾਡੇ ਵਿੱਚ ਨਿਮਰਤਾ ਜਿਹੜੀ ਹੈ ਉਹ ਵੀ ਰਹਿਣੀ ਚਾਹੀਦੀ ਹੈ। ਨਿਮਰਤਾ ਦੇ ਅੰਦਰ ਹੀ ਸੂਰਜ ਦਾ ਗਿਆਨ ਟਿਕਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ, ਜਿਹੜਾ ਬੰਦਾ ਨਿਮਰ ਨਹੀਂ ਹੈ, ਜਿਹੜਾ ਬੰਦਾ ਠੰਡਾ ਨਹੀਂ ਹੈ, ਸੀਤਲ ਨਹੀਂ ਹੈ, ਉਹਦੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਗਿਆਨ ਨਹੀਂ ਟਿਕਦਾ। ਅੱਜ ਲੋੜ ਹੈ ਅਸੀਂ ਕੋਸ਼ਿਸ਼ ਕਰੀਏ ਸਤਿਗੁਰੂ ਦੇ ਦਰਨਾਂ ਤੇ ਢਹਿ ਪੈਣ ਦੀ, ਉੱਥੋਂ ਸਮੱਤ ਲੈਣ ਦੀ, ਤਾਂ ਕਿ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਸਕੇ। ਤੇ ਜਿਹੜੇ ਐਸੇ ਗੁਰਮੁਖ ਨੇ, ਉਹ ਆਪ ਹੀ ਨਹੀਂ ਇਸ ਭਵ ਸਾਗਰ ਤੋਂ ਤਰਦੇ, ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਤਾਰਨ ਦੇ ਵੀ ਯੋਗ ਹੋ ਜਾਂਦੇ ਨੇ।
ਇਹ ਵੀ ਅੱਜ ਦੀ ਵਿਚਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੇਧ ਸੋ ਇਸ ਤੋਂ ਸਮਾਪਤ ਹੈ। ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।